ਟਰੱਕ ਡਰਾਈਵਰਸ ਵਾਸਤੇ ਆਉਂਦੇ ਟਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਓਪਰਚੁਨਿਟੀਜ਼ ਹੈਗੀਆਂ ਨੇ ਜੀ। ਆਇਲਸ ਦੇ ਵਿੱਚ ਜਿਨ੍ਹਾਂ ਦੇ ਆਊਟਸਾਈਡ ਕੈਨੇਡਾ ਨੇ, ਆਇਲਸ ਦੇ ਵਿੱਚ ਸਕੋਰ ਘੱਟ ਨੇ, ਬੈਂਡ ਘੱਟ ਨੇ, ਅਜਿਹੇ ਵਿੱਚ ਕੈਨੇਡਾ ਦੇ ਵਿੱਚ ਆਉਣ ਦਾ ਕੀ ਸਕੋਪ ਹੈਗਾ? ਕੀ ਕਿਸੇ ਤਰੀਕੇ ਨਾਲ ਉਹ ਕੈਨੇਡਾ ਆ ਸਕਦੇ ਨੇ? ਤੇ ਉਹਦੇ ਬੇਸਿਸ ਤੇ ਉਹ ਕੈਨੇਡਾ ਆ ਸਕਦੇ ਹੈਗੇ ਆ ਜੀ। ਤੇ ਉਹਦੇ ਵਾਸਤੇ ਉਹਨਾਂ ਨੂੰ ਆਈਲੈਟਸ ਦਾ ਜਿਹੜਾ ਸਕੋਰ ਹੈਗਾ ਉਹ ਬਿਲਕੁਲ ਬੇਸਿਕ ਚਾਹੀਦਾ ਹੈ। ਜਿਹੜੇ ਵੀ ਸੈਂਟਰ ਅਪਲਾਈ ਕਰਨਗੇ ਓਪਨ ਜਿਹੜਾ ਵਰਕ ਪਰਮਿਟ ਆ, ਜਿਵੇਂ ਬ੍ਰਿਜਿੰਗ ਵੀਜ਼ਾ, ਉਹਦੇ ਲਈ ਫਿਰ ਅੱਗੇ ਐਲੀਜੀਬਲ ਨਹੀਂ ਹੋਣਗੇ। ਇਹ ਬਹੁਤ ਵਧੀਆ ਪ੍ਰੋਗਰਾਮ ਹੈਗੇ ਆ 2-3 ਪ੍ਰੋਵਿੰਸਿਸ ਦੇ। ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ, ਤੁਸੀਂ ਜੈਨੂਅਨ ਇੱਥੇ ਖੇਤੀ ਕਰਨਾ ਚਾਹੁੰਦੇ ਹੈਗੇ ਹੋ, ਤਾਂ ਉਹਦੇ ਵਿੱਚ ਤੁਸੀਂ ਇਨਵੈਸਟਮੈਂਟ ਕਰਕੇ ਇੱਥੇ ਆ ਸਕਦੇ ਹੈਗੇ ਹੋ। ਜਿਹੜੇ ਨੈਣੀ ਦੇ ਤੌਰ ਦੇ ਉੱਤੇ ਇਸ ਵਕਤ ਕੈਨੇਡਾ ਆਏ ਹੋਏ ਨੇ, ਜਿਨ੍ਹਾਂ ਨੂੰ 6 ਮਹੀਨੇ ਦਾ ਜਾਂ ਸਾਲ ਦਾ ਐਕਸਪੀਰੀਅੰਸ ਹੋ ਗਿਆ, ਕੀ ਉਹ ਇਸ ਤੇ ਅੰਡਰ ਆਪਣੀਆਂ ਫਾਈਲਸ ਲਗਾ ਸਕਦੇ ਨੇ? ਕਈ ਵਾਰ ਆਮ ਇਹ ਪੁੱਛਿਆ ਜਾਂਦਾ ਹੈਗਾ ਵੀ ਕੀ ਇਹ ਕੈਟਾਗਰੀ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਵਾਲੀ ਆ ਉਹ ਕੀ ਉਹ ਦੁਬਾਰਾ ਖੁੱਲ ਸਕਦੀ ਆ? ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਇਹ ਬਿਆਨ ਵੀ ਆਇਆ ਸੀ ਕਿ 1500 ਐਪਲੀਕੇਸ਼ਨ ਜਿਹੜੀਆਂ ਨੇ ਜੁਲਾਈ ਦੇ ਮਿਡ ਤੱਕ ਜਿਹੜੀਆਂ ਉਹਨਾਂ ਦਾ ਸਿੱਧਾ PR ਤੱਕ ਦਾ ਫੈਸਲਾ ਕੀਤਾ ਜਾਏਗਾ। ਇਹਦੇ ਵਾਸਤੇ ਜੇ ਤੁਸੀਂ ਪਾਰਟ ਟਾਈਮ ਕੰਮ ਕਰਦੇ ਹੈਗੇ ਹੋ ਤੇ ਤੁਹਾਡੀ ਜਿਵੇਂ ਕੈਸ਼ੀਅਰ ਵਗੈਰਾ ਹੈਗੇ ਤਾਂ ਵੀ ਤੁਸੀਂ ਉਹ ਕੈਟਾਗਰੀ ਦੇ ਵਿੱਚ ਹਜੇ ਐਪਲੀਕੇਸ਼ਨ ਇਹਨਾਂ ਦੀਆਂ 14-15 ਹਜ਼ਾਰ ਹੋਈਆਂ, ਉਹਦੇ ਵਾਸਤੇ ਵੀ ਤੁਸੀਂ ਐਲੀਜੀਬਲ ਹੋ ਸਕਦੇ ਹੈਗੇ ਹੋ। ਫੁੱਲੀ ਕੰਪਲੀਟਡ ਜਿਹੜੀਆਂ ਫਾਈਲਸ ਹੋਣਗੀਆਂ ਉਹੀ ਲਗਾਈਆਂ ਜਾਣ, ਦੂਜੀਆਂ ਫਾਈਲਸ ਨੂੰ ਐਕਸੈਪਟ ਨਹੀਂ ਕੀਤਾ ਜਾਏਗਾ, ਉਹ ਰੱਦ ਕਰ ਦਿੱਤੀਆਂ ਜਾਣਗੀਆਂ। ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ। ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ, ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਗੱਲਬਾਤ ਕਰਾਂਗੇ ਇਮੀਗ੍ਰੇਸ਼ਨ ਦੇ ਖੇਤਰ ਵਿੱਚ ਹੁਣ ਤੱਕ ਦੀਆਂ ਖਾਸ ਜਿਹੜੀਆਂ ਅਪਡੇਸ਼ਨਸ ਨੇ ਉਹਦੇ ਬਾਰੇ। ਸੋ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਸਵਾਲ ਹੈਗਾ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਸੋ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਟੋਰਾਂਟੋ ਸਮੇਂ ਦੇ ਮੁਤਾਬਿਕ ਦੁਪਹਿਰ ਦੇ 3 ਵੱਜ ਚੁੱਕੇ ਨੇ। ਅੱਜ ਹੈਗੀ ਥਰਸਡੇ ਯਾਨੀ ਕਿ ਵੀਰਵਾਰ। ਕੋਈ ਵੀ ਸਵਾਲ ਹੈ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ, ਸਾਨੂੰ ਤੁਸੀਂ ਲਾਈਵ ਪ੍ਰੋਗਰਾਮ 'ਚ ਕਰ ਸਕਦੇ ਹੋ ਕਾਲ ਹੇਠ ਲਿਖੇ ਨੰਬਰ ਦੇ ਉੱਤੇ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਇਸ ਵਕਤ ਜਿਹੜੇ ਅਸੀਂ ਮੁੱਦੇ ਵਿਚਾਰ ਰਹੇ ਨੇ ਉਹਨਾਂ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਫਾਰਗੋ ਇਮੀਗ੍ਰੇਸ਼ਨ ਤੋਂ ਮਿਸਟਰ ਹਰਕਿਰਨ ਗਰੇਵਾਲ। ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ। ਹਾਂਜੀ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਆਪਣੇ ਦਰਸ਼ਕਾਂ ਨੂੰ ਪਹਿਲਾਂ ਦੱਸ ਦਈਏ, ਅੱਜ ਕਈ ਨਵੀਆਂ ਅਪਡੇਸ਼ਨਸ ਆਈਆਂ ਨੇ ਇਮੀਗ੍ਰੇਸ਼ਨ ਦੇ ਖੇਤਰ ਵਿੱਚ। ਜਿਹੜੇ ਇਸ ਵਕਤ ਟੂਰਿਸਟ ਵੀਜ਼ਾ ਜਾਂ ਹੋਰ ਵੀਜ਼ਾਸ ਲੈ ਕੇ ਬੈਠੇ ਹੋਏ ਨੇ ਤੇ ਵੇਟ ਕਰ ਰਹੇ ਨੇ ਕੈਨੇਡਾ ਦੇ ਬਾਰਡਰਸ ਕਦੋਂ ਓਪਨ ਹੋਣਗੇ। ਸੋ ਬਹੁਤ ਜਲਦ ਹੁਣ ਕੈਨੇਡਾ ਦੇ ਬਾਰਡਰਸ ਓਪਨ ਹੋਣ ਦੀ ਸੰਭਾਵਨਾ ਹੈਗੀ ਆ। ਇਸ ਤੋਂ ਇਲਾਵਾ ਜਿਹੜੇ ਘੱਟ ਬੈਂਡ ਵਾਲੇ ਨੇ, ਵੱਖ-ਵੱਖ ਮੁਲਕਾਂ 'ਚ ਬੈਠੇ ਨੇ, ਆਇਲਸ ਦੇ ਸਕੋਰ ਤੁਹਾਡੇ ਬਹੁਤ ਘੱਟ ਨੇ, ਤੁਹਾਡੇ ਲਈ ਇਸ ਵਕਤ ਕੈਨੇਡਾ ਵਿੱਚ ਕੀ ਆਪਸ਼ਨਸ ਨੇ, ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਬਾਇਓਮੈਟ੍ਰਿਕਸ ਨੂੰ ਲੈ ਕੇ ਵੀ ਕਾਫੀ ਸਵਾਲ ਹੋ ਰਹੇ ਸੀ। ਸਾਰੇ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ। ਹਰਕਿਰਨ ਜੀ ਸਾਡੇ ਨਾਲ ਜੁੜੇ ਹੋਏ ਨੇ। ਹਰਕਿਰਨ ਜੀ, ਕੀ ਹਾਲ ਚਾਲ ਨੇ ਤੁਹਾਡੇ? ਹਾਂਜੀ, ਬਿਲਕੁਲ ਠੀਕ ਜੀ। ਤਰਨ ਜੀ ਠੀਕ, ਆਲ ਗੁੱਡ। ਤੁਸੀਂ ਦੱਸੋ ਜੀ ਕੀ ਹਾਲ ਚਾਲ ਆ? ਆਲ ਗੁੱਡ ਸਰ। ਸਭ ਤੋਂ ਪਹਿਲਾਂ ਆਪਾਂ ਕੈਨੇਡੀਅਨ ਇਮੀਗ੍ਰੇਸ਼ਨ ਦੀ ਗੱਲਬਾਤ ਹੋ ਰਹੀ ਆ, ਬਾਰਡਰ ਓਪਨਿੰਗ ਨੂੰ ਲੈ ਕੇ ਗੱਲਬਾਤ ਕਰੀਏ। ਅੱਜ ਹੀ ਮੈਂ ਵੀ ਨਿਊਜ਼ ਪੜ੍ਹ ਕੇ ਹਟੀ ਹਾਂ ਕਿ ਕਿਹਾ ਜਾ ਰਿਹਾ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਐਲਾਨ ਹੋ ਸਕਦਾ ਹੈ। ਕੀ ਕੋਈ ਪੋਜ਼ਿਟਿਵ ਹੁਣ ਖਬਰ ਸੁਣਨ ਨੂੰ ਮਿਲ ਸਕਦੀ ਆ? ਹਾਂਜੀ, ਬਿਲਕੁਲ ਜੀ। ਜਿਵੇਂ ਕਿ ਹੁਣ ਨਿਊਜ਼ ਆ ਰਹੀਆਂ ਨੇ, ਇਸ ਤੋਂ ਕਾਫੀ ਅੰਦਾਜ਼ਾ ਲਾਇਆ ਜਾ ਸਕਦਾ ਹੈਗਾ ਵੀ ਆਉਂਦੇ ਟਾਈਮ ਦੇ ਵਿੱਚ ਟਰੈਵਲ ਰੈਸਟ੍ਰਿਕਸ਼ਨਸ ਜਿਹੜੀਆਂ ਹੈਗੀਆਂ ਉਹ ਕਾਫੀ ਈਜ਼ ਹੋਣਗੀਆਂ ਜੀ। ਤੇ ਇਹਦਾ ਮਤਲਬ ਇਹ ਹੈਗਾ ਵੀ ਹੁਣ ਜਿਹੜੇ ਸੀਗੇ ਫੋਰਨ ਵਰਕਰਸ ਜਾਂ ਟਰੈਵਲਰਸ, ਉਹਨਾਂ ਨੂੰ ਕੈਨੇਡਾ ਆਉਣ ਦਾ ਛੇਤੀ ਹੀ ਮੌਕਾ ਦਿੱਤਾ ਜਾਵੇਗਾ। ਜੀ, ਤੇ ਸਰ ਜਿਵੇਂ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਟਰੈਵਲਰਸ ਨੂੰ ਆਉਣ ਦਾ ਮੌਕਾ ਦਿੱਤਾ ਜਾਏਗਾ, ਜਿਹੜੇ ਸਟੂਡੈਂਟਸ ਇਸ ਵਕਤ ਇੰਡੀਆ ਵਿੱਚ ਬੈਠੇ ਨੇ, ਕਿ ਫਾਲਸ ਤੱਕ ਤਾਂ ਹਜੇ ਉਹਨਾਂ ਨੂੰ ਕਿਹਾ ਗਿਆ ਕਿ ਕਾਲਜਸ ਜਿਹੜੇ ਆਨਲਾਈਨ ਹੀ ਲੱਗਣਗੇ, ਉਸ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਏਗਾ। ਉਹਨਾਂ ਦੀ ਕੋਈ ਪੋਸੀਬਿਲਿਟੀ ਹੈਗੀ ਆ ਕਿ ਉਹ ਵੀ ਹੁਣ ਕੈਨੇਡਾ ਦੇ ਵਿੱਚ ਨਾਲ ਦੀ ਨਾਲ ਆ ਸਕਣਗੇ? ਹਾਂਜੀ, ਬਿਲਕੁਲ ਜੀ। ਹੁਣ ਜਿਹੜੇ ਹੈਗੇ ਆ ਸਟੂਡੈਂਟਸ ਵਾਸਤੇ ਉਹਨਾਂ ਨੂੰ ਵੀ ਹੈਗਾ, ਉਹਨਾਂ ਨੂੰ ਵੀ ਆਉਂਦੇ ਟਾਈਮ ਦੇ ਵਿੱਚ ਮੌਕਾ ਦਿੱਤਾ ਜਾਊਗਾ। ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਹੈਗਾ, ਹੁਣ ਰੀਸੈਂਟ ਜਿਹੜੀਆਂ ਸਟੇਟਮੈਂਟ ਆਈ ਹੈਗੀ ਆ ਟਰਾਂਸਪੋਰਟੇਸ਼ਨ ਮਿਨਿਸਟਰ ਵੱਲੋਂ ਕੈਨੇਡਾ ਦੇ, ਉਹਨਾਂ ਨੇ ਇਹ ਕਿਹਾ ਹੈਗਾ ਵੀ ਹੁਣ ਕੈਨੇਡਾ ਇਹ ਆ ਕਈ ਕੇਸਿਸ ਦੇ ਵਿੱਚ ਪਲਾਨ ਕਰ ਰਿਹਾ ਹੈਗਾ ਜਿਹੜੇ ਆਪਦੇ ਬਾਰਡਰ ਆ ਉਹ ਰੀਓਪਨ ਕਰਨ ਵਾਸਤੇ, ਇੰਟਰਨੈਸ਼ਨਲ ਟਰੈਵਲਰਸ ਵਾਸਤੇ। ਇਹਦੇ ਵਿੱਚ ਸਟੂਡੈਂਟਸ ਵੀ ਆ ਜਾਂਦੇ ਹੈਗੇ ਆ। ਉਹਨਾਂ ਨੇ ਅੱਗੇ ਇਹ ਕਿਹਾ ਹੈਗਾ ਵੀ ਜਿਹੜੀ ਕੈਨੇਡੀਅਨ ਗਵਰਨਮੈਂਟ ਆ ਉਹ ਏਅਰਲਾਈਨਸ ਤੇ ਏਅਰਪੋਰਟ ਅਥਾਰਟੀਜ਼ ਨਾਲ ਗੱਲ ਕਰ ਰਹੀ ਹੈਗੀ ਆ, ਉਹਨਾਂ ਨਾਲ ਵਿਚਾਰ ਕਰ ਰਹੀ ਆ ਵੀ ਕਿਵੇਂ ਜਦੋਂ ਵੀ ਟਰੈਵਲ ਰੈਸਟ੍ਰਿਕਸ਼ਨਸ ਈਜ਼ ਹੋ ਜਾਂਦੀਆਂ ਹੈਗੀਆਂ ਤਾਂ ਕਿਵੇਂ ਵੀ ਜਿਹੜੇ ਵੀ ਆਉਣਾ ਹੈਗਾ ਬੰਦਿਆਂ ਨੇ ਕੈਨੇਡਾ ਵਿੱਚ, ਉਹਨਾਂ ਦਾ ਕਿਵੇਂ ਪਲਾਨ ਕੀਤਾ ਜਾਵੇ। ਇਹਨਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਆਪਾਂ ਜਿਵੇਂ ਜਾਣਦੇ ਹੈਗੇ ਆ ਵੀ ਮਾਰਚ 2020 ਤੋਂ
ਕੈਨੇਡਾ ਦੇ ਬਾਰਡਰ ਜਿਹੜੇ ਸੀਗੇ ਨਾਨ ਅਸੈਂਸ਼ਨਲ ਵਾਸਤੇ ਬੰਦ ਸੀਗੇ। ਹੁਣ ਆਉਂਦੇ ਟਾਈਮ ਦੇ ਵਿੱਚ ਜਿਹੜੇ ਵੀ ਸਟੂਡੈਂਟਸ ਆ, ਫੋਰਨ ਵਰਕਰਸ ਆ, ਟਾਈਮ ਬਾਏ ਟਾਈਮ ਕਈ ਸਟੇਜਸ ਦੇ ਵਿੱਚ ਉਹਨਾਂ ਨੂੰ ਖੋਲਿਆ ਜਾਊਗਾ ਤੇ ਹੁਣ ਉਹ ਕੈਨੇਡਾ ਆ ਸਕਣਗੇ ਜੀ। ਜੀ ਬਿਲਕੁਲ ਸਰ, ਕੈਨੇਡਾ ਆ ਸਕਣਗੇ। ਇਸ ਦੇ ਨਾਲ ਹੀ ਜਿਹੜੇ ਸਟੂਡੈਂਟਸ ਇਸ ਵਕਤ ਇੰਡੀਆ ਵਿੱਚ ਬੈਠੇ ਨੇ ਬਾਇਓਮੈਟ੍ਰਿਕਸ ਨੂੰ ਲੈ ਕੇ ਇਸ ਵਕਤ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਹੋ ਨਹੀਂ ਪਾ ਰਹੀ ਸੀ, ਇਹਦੇ ਬਾਰੇ ਕੋਈ ਨਵੀਂ ਅਪਡੇਸ਼ਨ ਆਈ ਹੈ? ਬਿਲਕੁਲ ਜੀ, ਹਾਂ ਜੀ, ਸਟੂਡੈਂਟਸ ਵਾਸਤੇ ਇੱਕ ਬਹੁਤ ਵਧੀਆ ਨਿਊਜ਼ ਹੈਗੀ ਆ ਜੀ, ਕਿਉਂਕਿ ਇੰਡੀਆ ਦੇ ਵਿੱਚ ਕਾਫੀ ਦਿਨ ਤੋਂ ਇਹ ਪ੍ਰੋਬਲਮ ਚੱਲ ਰਹੀ ਸੀ ਵੀ ਬਾਇਓਮੈਟ੍ਰਿਕਸ ਨਹੀਂ ਹੋ ਰਹੇ ਸੀਗੇ। ਹੁਣ ਉਹਨਾਂ ਵਾਸਤੇ ਇਹ ਆਇਆ ਹੈਗਾ 21 ਜੂਨ ਤੋਂ ਇਹ ਹੋ ਜਾਣਾ ਹੈਗਾ ਵੀ ਜਿਹੜੇ ਵੀ ਸਟੂਡੈਂਟਸ ਨੂੰ ਜਿਹੜੀ ਇੰਟਰੋਡਕਸ਼ਨ ਲੈਟਰ ਆਈ ਹੋਈ ਹੈਗੀ ਆ ਬਾਇਓਮੈਟ੍ਰਿਕਸ ਵਾਸਤੇ, ਉਹ ਹੁਣ ਆਪਣੀ ਜਿਹੜਾ ਹੈਗਾ ਵੈਬ ਫਾਰਮ ਦੇ ਥਰੂ ਉਹ ਆਪਦਾ ਅਪਾਇੰਟਮੈਂਟ ਲੈ ਸਕਦੇ ਹੈਗੇ ਆ ਆਪਦੇ ਬਾਇਓਮੈਟ੍ਰਿਕਸ ਕਰਾਉਣ ਵਾਸਤੇ। ਇਹਦੇ ਵਿੱਚ ਇੱਕ ਗੱਲ ਮੈਂ ਹੋਰ ਦੱਸਣੀ ਚਾਹੁੰਦਾ ਹੈਗਾ, ਕਿਉਂਕਿ ਇਹਦੇ ਵਿੱਚ ਸਟੂਡੈਂਟਸ ਨੂੰ ਕਈਆਂ ਨੂੰ ਕੰਸਰਨ ਸੀਗੀ ਵੀ ਸਾਡੇ ਜਿਹੜੀ ਬਾਇਓਮੈਟ੍ਰਿਕਸ ਲੈਟਰ ਆ ਵੀ ਉਹ ਐਕਸਪਾਇਰ ਹੋ ਚੁੱਕੀ ਆ ਜਾਂ ਟਾਈਮ ਨਹੀਂ ਲੰਘ ਚੁੱਕਿਆ ਹੈਗਾ। ਇਹਦੇ ਵਿੱਚ ਇਮੀਗ੍ਰੇਸ਼ਨ ਨੇ ਉਹਨਾਂ ਨੂੰ ਕਲੀਅਰ ਇੰਸਟਰਕਸ਼ਨ ਦਿੱਤੀ ਹੈਗੀ ਆ ਵੀ ਜੇ ਤੁਹਾਡੇ ਬਾਇਓਮੈਟ੍ਰਿਕਸ ਜਿਹੜੇ ਹੈਗੇ ਆ ਉਹ ਲੈਟਰ ਜਿਹੜੀ ਹੈਗੀ ਉਹ ਐਕਸਪਾਇਰ ਹੋ ਚੁੱਕੀ ਆ ਤਾਂ ਵੀ ਤੁਸੀਂ ਆਪਦਾ ਅਪਾਇੰਟਮੈਂਟ ਲੈ ਸਕਦੇ ਹੋ ਹੈਗੇ ਹੋ, ਜਿਹੜਾ ਕਿ ਵੈਬ ਫਾਰਮ ਆ ਉਹ ਪਾ ਕੇ ਤੁਹਾਨੂੰ ਦੁਬਾਰਾ ਰਿਕੁਐਸਟ ਨਹੀਂ ਕਰਨੀ ਪੈਣੀ ਹੈਗੀ ਨਵੀਂ ਐਕਸਟੈਂਸ਼ਨ ਵਾਸਤੇ। ਤੇ ਸਰ ਜਿਵੇਂ ਸਟੂਡੈਂਟਸ ਦੀ ਹੁਣ ਗੱਲ ਕਰ ਰਹੇ ਹਾਂ, ਸੋ ਬਾਇਓਮੈਟ੍ਰਿਕਸ ਜਿਹੜੀ ਆ ਨਾਲ ਦੀ ਨਾਲ ਐਕਸਟੈਂਸ਼ਨ ਦੀ ਹੁਣ ਨਵੀਂ ਲੋੜ ਨਹੀਂ ਪੈਣੀ ਹੈਗੀ। ਸਟੂਡੈਂਟਸ ਤਾਂ ਇਸ ਵਕਤ ਸਰਕਾਰ ਉਹਨਾਂ ਬਾਰੇ ਤਾਂ ਸੋਚਣਾ ਸ਼ੁਰੂ ਕਰ ਹੀ ਦਿੱਤਾ, ਪਰ ਜਿਹੜੇ ਇਸ ਦੇ ਨਾਲ ਜੇ ਬਾਰਡਰ ਓਪਨ ਹੁੰਦੇ ਆ, ਅਜੇ ਪੂਰਾ ਹਜੇ ਸੀਨ ਕਲੀਅਰ ਨਹੀਂ ਹੋਇਆ, ਪਰ ਜਿਹੜੇ ਇਸ ਵਕਤ ਇਨਸਾਈਡ ਕੈਨੇਡਾ ਦੇ ਵਿੱਚ ਟੂਰਿਸਟ ਜਾਂ ਟਰੈਵਲਰਸ ਮੌਜੂਦ ਨੇ, ਕੀ ਉਹ ਅਜੇ ਵੀ ਐਲੀਜੀਬਲ ਨੇ ਵਰਕ ਪਰਮਿਟ ਅਪਲਾਈ ਕਰਨ ਲਈ ਜਾਂ ਇਹਦੇ ਵਿੱਚ ਕੋਈ ਬਦਲਾਅ ਆਇਆ? ਹਾਂਜੀ, ਜਿਹੜੇ ਇਨਸਾਈਡ ਕੈਨੇਡਾ ਦੇ ਵਿੱਚ ਹੈਗੇ ਆ ਜੀ, ਕਿਉਂਕਿ ਜਿਵੇਂ ਆਪਾਂ ਜਾਣਦੇ ਹੈਗੇ ਆ ਵੀ ਇਹਨਾਂ ਨੇ ਪਬਲਿਕ ਪਾਲਿਸੀਜ਼ ਕਈ ਲੈ ਕੇ ਆਂਦੀਆਂ ਸੀਗੀਆਂ, ਕਿਉਂਕਿ ਜਦੋਂ ਫਲੈਗ ਪੋਲਿੰਗ ਕਰਕੇ ਕੋਈ ਬਾਰਡਰ ਤੇ ਜਾ ਕੇ ਆਮ ਤੌਰ ਤੇ ਹੁੰਦਾ ਸੀਗਾ ਜਦੋਂ ਵਿਜ਼ਟਰ ਇੱਥੇ ਹੁੰਦੇ ਸੀਗੇ, ਜਦੋਂ ਉਹਨਾਂ ਨੇ ਕੋਈ ਸਟੇਟਸ ਚੇਂਜ ਕਰਨਾ ਸੀ ਉਹ ਬਾਰਡਰ ਤੇ ਜਾ ਕੇ ਆਪਦਾ ਸਟੇਟਸ ਚੇਂਜ ਕਰ ਲੈਂਦੇ ਸੀਗੇ, ਕਿਉਂਕਿ ਇਨਸਾਈਡ ਕੈਨੇਡਾ ਦਾ ਪ੍ਰੋਵੀਜ਼ਨ ਨਹੀਂ ਹੁੰਦਾ ਸੀਗਾ ਜੀ। ਪਰ ਹੁਣ ਏਦਾਂ ਕੀਤਾ ਗਿਆ ਕਿਉਂਕਿ ਟਰੈਵਲ ਰੈਸਟ੍ਰਿਕਸ਼ਨਸ ਕਰਕੇ ਉਹ ਨਹੀਂ ਕਰ ਸਕਦੀ, ਤਾਂ ਉਹਨਾਂ ਨੂੰ ਟਾਈਮ ਦਿੱਤਾ ਗਿਆ ਸੀ ਵੀ ਉਹ ਇਨਸਾਈਡ ਕੈਨੇਡਾ ਹੀ ਆਪਦੀ ਐਪਲੀਕੇਸ਼ਨ ਲਗਾ ਸਕਦੇ ਹੈਗੇ ਆ ਜੀ। ਪਰ ਹੁਣ ਜਦੋਂ ਏਦਾਂ ਹੈਗਾ ਵੀ ਹਜੇ ਵੀ ਉਹ ਇਨਸਾਈਡ ਕੈਨੇਡਾ ਆਪਦੀ ਐਪਲੀਕੇਸ਼ਨ ਲਾ ਸਕਦੇ ਹੈਗੇ ਆ ਤੇ ਇਨਸਾਈਡ ਕੈਨੇਡਾ ਹੁੰਦੇ ਹੋਏ ਆਪਣਾ ਸਟੇਟਸ ਚੇਂਜ ਕਰ ਸਕਦੇ ਹੈਗੇ ਜੀ। ਗੱਲ ਕਰਾਂਗੇ ਇਹਦੇ ਬਾਰੇ ਵਿੱਚ, ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ, ਸਵਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਪੁੱਛਣਾ ਚਾਹੁੰਦੇ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਇਹ ਪੁੱਛਣਾ ਸੀ ਜਿਹੜੇ ਬਾਇਓਮੈਟ੍ਰਿਕ ਉੱਧਰ 21 ਜੂਨ ਨੂੰ ਖੁੱਲ੍ਹ ਨੇ ਤੇ ਉਹ ਜਿਹਨਾਂ ਦੇ ਪਰਮਾਨੈਂਟ ਵਾਸਤੇ ਜਦ ਕਿ ਲਾਈ ਹੋਈ ਫਾਈਲ ਉਹਨਾਂ ਦੀ ਆਈ ਹੋਈ ਹੈ ਰਿਕੁਐਸਟ, ਤੇ ਉਹਨਾਂ ਵਾਸਤੇ ਬਣ ਸਕਦੇ ਬਾਇਓਮੈਟ੍ਰਿਕ ਜੀ ਤੁਸੀਂ ਕਦੋਂ ਖੁੱਲਣਗੇ? ਜੀ ਠੀਕ ਹੈ ਜੀ। ਹਰਕਿਰਨ ਜੀ, ਆਪਾਂ ਸਵਾਲ ਦਾ ਆਨਸਰ ਦੇਈਏ, ਤੁਹਾਨੂੰ ਸਵਾਲ ਸਮਝ ਆ ਗਿਆ? ਹਾਂਜੀ, ਆਪਾਂ ਸਵਾਲ ਦਾ ਆਨਸਰ ਦੇ ਦਿੰਦੇ ਹਾਂ। ਤੁਸੀਂ ਟੀਵੀ ਸਕਰੀਨ ਦੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਕਾਲ ਕਰਨ ਲਈ। ਪੀਆਰ ਲਈ ਪੁੱਛ ਰਹੇ ਨੇ ਜੀ ਕਿ ਕੀ ਪੀਆਰ ਲਈ ਵੀ ਐਲੀਜੀਬਲ ਨੇ ਉਹ ਵੀ ਕਰਵਾਉਣ ਲਈ? ਹਾਂ, ਨਹੀਂ, ਇਹ ਹੁਣ ਜਿਹੜਾ ਸਭ ਤੋਂ ਪਹਿਲਾਂ ਉਹਨਾਂ ਨੇ ਸਟੂਡੈਂਟਸ ਨੂੰ ਦਿੱਤਾ ਹੈਗਾ ਜੀ, ਜਿਹੜੀਆਂ ਸਟੂਡੈਂਟਸ ਫਾਈਲਸ ਲੱਗੀਆਂ ਸੀ ਜਿਨ੍ਹਾਂ ਨੇ ਬਾਇਓਮੈਟ੍ਰਿਕ ਰਿਕੁਐਸਟ ਸੀ ਉਹਨਾਂ ਨੂੰ ਦਿੱਤਾ ਹੈਗਾ ਤੇ ਪਰ ਇਹਦੇ 'ਚ ਛੇਤੀ ਉਮੀਦ ਕੀਤੀ ਜਾਂਦੀ ਹੈਗੀ ਆ ਵੀ ਜਿਨ੍ਹਾਂ ਦੀਆਂ ਪੀਆਰ ਫਾਈਲਸ ਹੈਗੀਆਂ ਉਹਨਾਂ ਨੂੰ ਵੀ ਇਸ ਪ੍ਰੋਸੈਸ ਦੇ ਵਿੱਚ ਸ਼ਾਮਲ ਕੀਤਾ ਜਾਊਗਾ ਤੇ ਉਹ ਵੀ ਬਾਇਓਮੈਟ੍ਰਿਕਸ ਆਪਦੇ ਕਰਵਾ ਸਕਣਗੇ, ਵੈਬ ਫਾਰਮ ਦੇ ਥਰੂ ਅਪਾਇੰਟਮੈਂਟ ਲੈ ਸਕਣਗੇ ਆਪਦੇ। ਇਹਦੇ ਨਾਲ ਫਿਰ ਉਹਨਾਂ ਕੇਸਿਸ ਨੂੰ ਦੁਬਾਰਾ ਤੋਂ ਜਿਹੜਾ ਓਪਨ ਕਰ ਦਿੱਤਾ ਜਾਵੇਗਾ ਜਿਹੜੇ ਇਸ ਵਕਤ ਹੋਲਡ ਤੇ ਪਾਏ ਹੋਏ ਨੇ, ਜਿਹੜੇ ਕਹਿ ਰਹੇ ਸੀਗੇ ਕਿ ਜਿਨ੍ਹਾਂ ਦੇ ਸਪਾਊਸਿਸ ਜਾਂ ਡਿਪੈਂਡੈਂਟ ਇਸ ਵਕਤ ਆਊਟ ਆਫ ਕੈਨੇਡਾ ਨੇ ਤਾਂ ਉਹਨਾਂ ਦੀਆਂ ਪੀਆਰ ਐਪਲੀਕੇਸ਼ਨਸ ਹੋਲਡ ਤੇ ਪਾ ਦਿੱਤੀਆਂ ਗਈਆਂ ਸੀ। ਜੇਕਰ ਬਾਇਓਮੈਟ੍ਰਿਕਸ ਓਪਨ ਹੁੰਦੇ ਨੇ ਤਾਂ ਕੀ ਉਹਨਾਂ ਦੇ ਚਾਂਸਸ ਹੈਗੇ ਆ ਕਿ ਦੁਬਾਰਾ ਉਹਨਾਂ ਦੀਆਂ ਓਪਨ ਹੋ ਜਾਣਗੀਆਂ ਫਾਈਲਸ? ਹਾਂਜੀ, ਜਿਵੇਂ ਆਪਾਂ ਜਾਣਦੇ ਹੈਗੇ ਆ ਸਪਾਊਸਲ ਇਮੀਗ੍ਰੇਸ਼ਨ ਜਿਹੜੀਆਂ ਅਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਾਂ ਦੂਸਰੇ ਸੀਗੀਆਂ ਜਿਨ੍ਹਾਂ ਦੇ ਸਪਾਊਸ ਡਿਪੈਂਡੈਂਟ ਨੇ ਕੈਨੇਡਾ ਆਉਣਾ ਸੀ, ਉਹਨਾਂ ਦੀ ਐਪਲੀਕੇਸ਼ਨ ਦਾ ਪ੍ਰੋਸੈਸ ਇਹਨਾਂ ਨੇ ਆਊਟਸਾਈਡ ਕੈਨੇਡਾ ਇਹਨਾਂ ਨੇ ਸਲੋ ਕਰ ਦਿੱਤਾ ਸੀਗਾ ਤੇ ਹੋਲਡ ਤੇ ਸੀ। ਪਰ ਜਿਵੇਂ ਆਪਾਂ ਹੁਣ ਦੇਖਦੇ ਹਾਂ ਵੀ ਰੀਓਪਨਿੰਗ ਹੋ ਰਹੀ ਹੈਗੀ ਆ ਬਾਰਡਰਸ ਦੀ ਤੇ ਹੋਰ ਤੇ ਚਾਂਸਿਸ ਹੈਗੇ ਆ ਵੀ ਜਿਵੇਂ ਪਹਿਲਾਂ ਜਿਵੇਂ ਸਟੂਡੈਂਟਸ ਹੋਣਗੇ, ਵਰਕਰਸ ਹੋਣਗੇ, ਤਾਂ ਇਸ ਤੋਂ ਬਾਅਦ ਉਹਨਾਂ ਨੂੰ ਵੀ ਇਸ ਕੈਟਾਗਰੀ ਦੇ ਵਿੱਚ ਸ਼ਾਮਲ ਕੀਤਾ ਜਦੋਂ ਕਿਉਂਕਿ ਪ੍ਰੋਸੈਸਿੰਗ ਹੋਣ ਲੱਗ ਗਈ ਤਾਂ ਐਪਲੀਕੇਸ਼ਨ ਦੀ ਤਾਂ ਡੈਫੀਨੇਟਲੀ ਉਹਨਾਂ ਤੇ ਵੀ ਇੰਪੈਕਟ ਪਊਗਾ, ਉਹਨਾਂ ਦੀ ਪ੍ਰੋਸੈਸਿੰਗ ਤੇ ਵੀ। ਪਰ ਇਹ ਦੇਖਣਾ ਪਊਗਾ ਵੀ ਕਿੰਨਾ ਕੁ ਹਜੇ ਟਾਈਮ ਲੱਗਦਾ ਹੈਗਾ, ਕਿਸ ਹਿਸਾਬ ਨਾਲ ਇਹ ਪ੍ਰੋਸੈਸਿੰਗ ਸਟਾਰਟ ਹੁੰਦੀ ਆ ਸਟੂਡੈਂਟਸ ਤੋਂ ਬਾਅਦ। ਜੀ, ਆਪਾਂ ਵਿਜ਼ਟਰਸ ਦੀ ਗੱਲ ਕਰ ਸੀ। ਜਿਹੜੇ ਵਿਜ਼ਟਰਸ ਤੁਸੀਂ ਕਿਹਾ ਕਿ ਜੇ ਇਸ ਵਕਤ ਕੈਨੇਡਾ ਦੇ ਵਿੱਚ ਮੌਜੂਦ ਨੇ ਉਹ ਵਰਕ ਪਰਮਿਟ ਅਪਲਾਈ ਕਰਨ ਲਈ ਐਲੀਜੀਬਲ ਨੇ ਤੇ ਕੈਨੇਡਾ ਦੇ ਵਿੱਚ ਰਹਿ ਕੇ ਅਪਲਾਈ ਉਹ ਕਰ ਸਕਦੇ ਨੇ। ਸੋ ਇਹਦੇ ਲਈ ਪ੍ਰੋਸੈਸ ਜੇ ਆਪਾਂ ਗੱਲ ਕਰੀਏ ਸਰ, ਕੀ ਪ੍ਰੋਸੈਸ ਹੋਏਗਾ? ਕਿਉਂਕਿ ਬਹੁਤ ਸਾਰੇ ਵਿਜ਼ਟਰਸ ਸਾਨੂੰ ਇਹ ਕੁਆਰੀਜ਼ ਵੀ ਕਰਦੇ ਨੇ ਕਿ ਕੀ ਉਹਨਾਂ ਨੂੰ ਜੌਬ ਲੈਟਰ ਜਾਂ LMIA ਵਗੈਰਾ ਲੈਣੀ ਪੈਣੀ ਹੈ ਇਹਦੇ ਲਈ?
ਹਾਂਜੀ, ਬਿਲਕੁਲ ਜੀ। ਇਹਦੇ ਵਾਸਤੇ ਮੈਂ ਇੱਕ ਦੱਸਣਾ ਚਾਹੁੰਦਾ ਹੈਗਾ, ਜਿਹੜੇ ਵਿਜ਼ਟਰਸ ਹੈਗੇ ਆ, ਉਹਨਾਂ ਨੂੰ ਸਿਰਫ ਬਾਰਡਰ ਤੇ ਜਾਣਾ ਨਹੀਂ ਪੈਣਾ ਹੈਗਾ। ਹੂੰ, ਔਨਲਾਈਨ ਪ੍ਰੋਸੈਸ ਹੋਣਾ ਹੈਗਾ, ਬਾਕੀ ਸੇਮ ਹੀ ਹੈਗਾ। ਜੇ ਕਿਸੇ ਨੇ ਹੂੰ, ਆਪਦਾ ਵਿਜ਼ਟਰ ਸਟੇਟਸ ਚੇਂਜ ਕਰਨਾ ਹੈਗਾ, ਉਹਨੂੰ ਜੇ ਤਾਂ ਉਹਨੇ ਸਟੱਡੀ ਕਰਨੀ ਹੈਗੀ ਆ, ਤਾਂ ਉਹਨੂੰ ਹੂੰ, ਐਡਮਿਸ਼ਨ ਲੈ ਕੇ ਪੂਰਾ ਸਟੱਡੀ ਪਰਮਿਟ ਦਾ ਪ੍ਰੋਸੈਸ ਦੇ ਗੋ ਥਰੂ ਹੋਣਾ ਪੈਣਾ ਹੈਗਾ। ਹੂੰ, ਤੇ ਜੇ ਉਹਨਾਂ ਨੇ ਜਿਵੇਂ ਕਿਸੇ ਵਿਜ਼ਟਰ ਨੇ ਆਪਦਾ ਕੋਈ ਜੋਬ ਆਫਰ ਲਈ ਹੈਗੀ ਹੈ, ਤਾਂ ਮੋਸਟਲੀ ਉਹਨਾਂ ਨੂੰ LMIA ਲੈ ਕੇ ਹੀ ਉਹ ਪ੍ਰੋਸੈਸ ਦੇ ਥਰੂ ਵਰਕ ਪਰਮਿਟ ਲੈ ਸਕਦੇ ਹੈਗੇ ਆ। ਇਹਦੇ ਹੂੰ, ਵਿੱਚ ਜਿਹੜੀ ਚੇਂਜ ਕੀਤੀ ਆ, ਸਿਰਫ ਚੇਂਜ ਇਹ ਕੀਤੀ ਹੈਗੀ ਆ ਵੀ ਅੱਗੇ ਤੁਸੀਂ ਬਾਰਡਰ ਤੇ ਜਾ ਕੇ ਵਰਕ ਪਰਮਿਟ ਲੈ ਲੈਂਦੇ ਸੀਗੇ, ਹੂੰ, ਪਰ ਹੁਣ ਤੁਸੀਂ ਬਾਰਡਰ ਤੇ ਜਾ ਕੇ ਵਰਕ ਪਰਮਿਟ ਨਹੀਂ ਲੈ ਸਕਦੇ, ਤੁਸੀਂ ਆਨਲਾਈਨ ਐਪਲੀਕੇਸ਼ਨ ਹੀ ਲਾਉਣੀ ਹੈਗੀ ਆ। ਤਾਂ ਇਹਨਾਂ ਨੇ ਕੈਨੇਡੀਅਨ ਇਮੀਗ੍ਰੇਸ਼ਨ ਨੇ ਇੱਕ ਪਾਲਿਸੀ ਲਿਆਂਦੀ ਸੀਗੀ ਜੀ, ਜਿਹਦੇ ਅਕੋਰਡਿੰਗ ਤੁਸੀਂ 30 ਅਗਸਤ ਤੱਕ ਤੁਸੀਂ ਆਪਦਾ ਜਿਹੜਾ ਆਨਲਾਈਨ ਐਪਲੀਕੇਸ਼ਨ ਲਾ ਕੇ ਵਿਦ ਇਨ ਕੈਨੇਡਾ ਰਹਿੰਦੇ ਹੋਈ ਆਪਦਾ ਸਟੇਟਸ ਜਿਹੜਾ ਸੀਗਾ ਉਹ ਚੇਂਜ ਕਰ ਸਕਦੇ ਹੈਗੇ ਹੋ ਜੀ। ਹੂੰ, ਹੂੰ, ਇਹ ਤੇ ਇਸ ਤੋਂ ਬਿਨਾਂ ਇੱਕੋ ਇਹਨਾਂ ਨੇ ਹੋਰ ਕੀਤਾ ਸੀਗਾ, ਉਹ ਇਹ ਸੀਗਾ ਵੀ ਜਿਹੜੇ ਆਲਰੇਡੀ ਕੈਨੇਡਾ 'ਚ 1 ਸਾਲ ਕੰਮ ਕਰ ਚੁੱਕੇ ਹੈਗੇ ਆ ਵਰਕਰ, ਤੇ ਉਹਨਾਂ ਨੇ ਜਦੋਂ ਕੋਈ ਨਵੀਂ LMIA ਲੈਣੀ ਆ, ਕੋਈ ਨਵਾਂ ਇੰਪਲਾਇਰ ਉਹਨਾਂ ਨੇ ਚੇਂਜ ਕਰਨਾ ਹੈਗਾ, ਤਾਂ ਉਹਨਾਂ ਨੂੰ ਇਹ ਸੀਗਾ, ਆਮ ਇਹ ਹੁੰਦਾ ਸੀਗਾ ਵੀ ਕੋਈ ਚੇਂਜ ਕਰਦਾ ਹੈਗਾ, ਉਹਨੂੰ ਵੇਟ ਕਰਨੀ ਪੈਂਦੀ ਸੀ ਜਦੋਂ ਤੱਕ ਨਵਾਂ ਵਰਕ ਪਰਮਿਟ ਨਹੀਂ ਆਉਂਦਾ ਸੀਗਾ। ਹੂੰ, ਤੇ ਪਰ ਹੁਣ ਇਹ ਏਦਾਂ ਕਰ ਦਿੱਤਾ ਗਿਆ ਹੈਗਾ ਵੀ ਜੇ ਤੁਸੀਂ ਪਹਿਲਾਂ ਹੀ ਕੈਨੇਡਾ 'ਚ ਕੰਮ ਕਰਦੇ ਹੋ, ਤੁਸੀਂ ਇੰਪਲਾਇਰ ਚੇਂਜ ਕਰਤਾ ਹੈ, ਤੁਹਾਨੂੰ ਨਵੇਂ ਵਰਕ ਪਰਮਿਟ ਤੱਕ ਵੇਟ ਕਰਨ ਦੀ ਲੋੜ ਨਹੀਂ ਪੈਣੀ ਹੈਗੀ। ਹੂੰ, ਤੁਸੀਂ ਇੱਕ ਜਿਹੜੀ ਉਹਨਾਂ ਨੇ ਇੱਕ ਟੈਂਪਲੇਟ ਦਿੱਤਾ ਹੈਗਾ ਜੀ, ਉਹਦੇ ਅਕੋਰਡਿੰਗ ਜਦੋਂ ਤੁਸੀਂ ਇਨਫੋਰਮੇਸ਼ਨ ਸੈਂਡ ਕਰ ਦਿੰਦੇ ਹੋ ਵੈਬ ਫਾਰਮ ਦੇ ਥਰੂ, ਤਾਂ ਤੁਹਾਨੂੰ ਵਿਦਿਨ 10 ਬਿਜ਼ਨਸ ਡੇ ਪਰਮਿਸ਼ਨ ਮਿਲ ਜਾਂਦੀ ਹੈਗੀ ਆ। ਤੁਸੀਂ ਆਪਦਾ ਨਵੇਂ ਇੰਪਲਾਇਰ ਨਾਲ ਜਾ ਕੇ ਕੰਮ ਕਰ ਸਕਦੇ ਹੈਗੇ ਹੋ ਜੀ। ਹੂੰ, ਹੂੰ। ਜੇਕਰ ਸਰ ਕਿਸੇ ਦਾ ਇਸ ਵਕਤ ਸਟੇਟਸ ਐਕਸਪਾਇਰ ਹੋ ਰਿਹਾ ਜਾਂ ਉਹਨੂੰ ਰਿਸਟੋਰ ਕੀਤਾ ਜਾ ਸਕਦਾ ਆ ਕਿ ਕੈਨੇਡਾ ਦੇ ਵਿੱਚ ਰਹਿ ਕੇ ਹੀ? ਹਾਂਜੀ, ਬਿਲਕੁਲ ਜੀ। ਜੇ ਕਿਸੇ ਦਾ ਹੈਗਾ ਤੇ ਉਹ ਕੈਨੇਡਾ ਦੇ ਵਿੱਚ ਹੀ ਆਪਦਾ ਸਟੇਟਸ ਕੈਨੇਡਾ ਦੇ ਵਿੱਚ ਰਹਿ ਕੇ ਹੀ ਰੀਸਟੋਰ ਕਰ ਸਕਦੇ ਹੈਗੇ ਆ ਜੀ। ਇਹਦੇ ਵਿੱਚ ਜਿਵੇਂ ਆਮ ਤੌਰ ਤੇ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਸਟੇਟਸ ਰੀਸਟੋਰ ਕਰਨਾ ਕੀ ਹੁੰਦਾ ਹੈ। ਹੂੰ, ਹੂੰ, ਉਹਦੇ ਵਿੱਚ ਆਮ ਹੁੰਦਾ ਸੀ ਜਦੋਂ ਤੁਸੀਂ ਕੋਈ ਵੀ ਐਪਲੀਕੇਸ਼ਨ ਲਾ ਜਾਂਦੇ ਹੋ, ਤੁਹਾਡੀ ਕੋਈ ਐਪਲੀਕੇਸ਼ਨ ਰਿਜੈਕਟ ਹੋ ਜਾਂਦੀ ਹੈਗੀ ਆ, ਤਾਂ ਕੈਨੇਡੀਅਨ ਗਵਰਨਮੈਂਟ ਵੱਲੋਂ ਇਮੀਗ੍ਰੇਸ਼ਨ ਵੱਲੋਂ ਤੁਹਾਨੂੰ 3 ਮਹੀਨੇ ਦਾ ਟਾਈਮ ਦਿੱਤਾ ਜਾਂਦਾ ਸੀਗਾ ਜੀ। ਹੂੰ, ਉਹ 3 ਮਹੀਨੇ ਦੇ ਵਿੱਚ ਤੁਸੀਂ ਆਪਦਾ ਜਿਹੜਾ ਸਟੇਟਸ ਆ ਉਹ ਤੁਸੀਂ ਮੇਨਟੇਨ ਕਰ ਸਕਦੇ ਸੀਗੇ ਜੀ। ਹੂੰ, ਪਰ ਹੁਣ ਜਿਹੜਾ ਇੱਕ ਨਵੀਂ, ਕਿਉਂਕਿ ਕੋਵਿਡ ਕਰਕੇ ਜਿਵੇਂ ਕਈ ਨਵੀਆਂ ਪਾਲਿਸੀਜ਼ ਆਈਆਂ ਸੀ, ਇੱਕ ਨਵੀਂ ਪਾਲਿਸੀ ਕੀਤੀ ਗਈ ਸੀ, ਉਹਦੇ ਵਿੱਚ ਹੂੰ, ਇਹਨਾਂ ਨੇ ਟਾਈਮ ਦਿੱਤਾ ਸੀਗਾ ਕੈਨੇਡੀਅਨ ਗਵਰਨਮੈਂਟ ਨੇ ਵੀ ਤੁਸੀਂ ਜੇ ਤੁਸੀਂ ਕੈਨੇਡਾ ਦੇ ਵਿੱਚ ਹੈ ਆਪਦਾ ਰੀਸਟੋਰ ਕਰਨਾ ਸਟੇਟਸ, ਤਾਂ ਤੁਸੀਂ 31 ਮਈ ਤੱਕ ਤੁਸੀਂ ਆਪਦਾ ਸਟੇਟਸ ਮੇਨਟੇਨ ਹੈਗਾ ਜੇ ਤੁਹਾਡਾ, ਤਾਂ ਤੁਸੀਂ ਉਹਨੂੰ ਅਪਲਾਈ ਕਰ ਸਕਦੇ ਹੈਗੇ ਹੋ। ਤੇ ਇਹਨਾਂ ਨੇ ਟਾਈਮ ਦਿੱਤਾ ਸੀਗਾ ਵੀ ਜਿਨ੍ਹਾਂ ਨੇ 31 ਮਈ ਤੱਕ ਜਿਨ੍ਹਾਂ ਦਾ ਸਟੇਟਸ ਖਤਮ ਹੋਇਆ ਹੈ ਕੈਨੇਡਾ, ਉਹ 31 ਅਗਸਤ ਤੱਕ ਆਪਦਾ ਸਟੇਟਸ ਮੇਨਟੇਨ ਕਰ ਸਕਦੇ ਹੈਗੇ ਆ। ਜੀ, ਤੇ ਇਹਦੇ ਵਿੱਚ ਕਾਫੀ ਲੋਕਾਂ ਨੂੰ ਭੁਲੇਖਾ ਇਹ ਸੀਗਾ ਜੀ ਵੀ ਜੇ ਕਿਸੇ ਨੂੰ 31 ਤੋਂ ਜੇ ਕਿਸੇ ਨੂੰ ਜੂਨ ਜਾਂ ਜੁਲਾਈ 'ਚ ਲੱਗਦਾ ਹੈਗਾ ਵੀ ਉਹਨਾਂ ਦਾ ਸਟੇਟਸ ਮਤਲਬ ਖਤਮ ਹੋ ਰਿਹਾ, ਕੀ ਉਹ ਰੀਸਟੋਰ ਕਰਨ ਨੂੰ ਉਹਨਾਂ ਨੂੰ ਅਗਸਤ ਤੱਕ ਟਾਈਮ ਆ। ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਹੈਗਾ ਵੀ ਜਿਨ੍ਹਾਂ ਦਾ ਸਟੇਟਸ ਮਈ ਤੋਂ ਬਾਅਦ ਖਤਮ ਹੋ ਗਿਆ, 31 ਮਈ ਤੋਂ ਬਾਅਦ, ਉਹਨਾਂ ਕੋਲ ਹਜੇ 3 ਮਹੀਨੇ ਹੀ ਹੈਗੇ ਆ, ਉਹਨਾਂ ਕੋਲ ਇੰਨਾ ਜ਼ਿਆਦਾ ਟਾਈਮ ਨਹੀਂ ਹੈਗਾ ਵੀ ਉਹ ਆਪਦਾ ਸਟੇਟਸ ਮੇਨਟੇਨ ਕਰ ਸਕਣ। ਹੂੰ, ਹੂੰ, ਉਹਨਾਂ ਨੂੰ ਅਗਲੇ 3 ਮਹੀਨੇ ਦੇ ਵਿੱਚ ਹੀ ਕਰਨਾ ਪੈਣਾ, ਉਹ ਇਹ ਪਬਲਿਕ ਪਾਲਿਸੀਜ਼ ਦੇ ਵਿੱਚ ਨਹੀਂ ਆਉਣਗੇ। ਜੀ। ਤੇ ਸਰ ਵੈਸੇ ਇਹਦੇ ਲਈ ਕਿੰਨਾ ਕੁ ਸਮਾਂ ਜਿਹੜਾ ਹੈ ਉਹ ਚਾਹੀਦਾ ਹੁੰਦਾ ਹੈ ਕਿ ਤੁਹਾਨੂੰ ਕਿੰਨੇ ਸਮੇਂ ਪਹਿਲਾਂ ਅਪਲਾਈ ਕਰਨਾ ਪੈਂਦਾ ਹੈ ਤੇ ਪੂਰਾ ਪ੍ਰੋਸੈਸ ਕਿੰਨੇ ਟਾਈਮ ਦਾ ਹੁੰਦਾ ਆ? ਹਾਂਜੀ, ਇਹਦੇ ਵਾਸਤੇ ਮੇਨ ਇਹ ਹੁੰਦਾ ਹੈਗਾ ਜੀ ਵੀ ਜਦੋਂ ਵੀ ਤੁਸੀਂ ਸਟੇਟਸ ਰੀਸਟੋਰ ਹੂੰ, ਕਰਨਾ ਹੁੰਦਾ, ਇਹਦੇ 'ਚ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਹੁੰਦੀ ਹੈ, ਜੇ ਕੋਈ ਸਟੂਡੈਂਟ ਹੈਗਾ, ਹੂੰ, ਜੇ ਸਟੂਡੈਂਟ ਦਾ ਸਟੇਟਸ ਸੀਗਾ, ਉਹਦੀ ਐਪਲੀਕੇਸ਼ਨ ਕੋਈ ਰਿਜੈਕਟ ਹੋ ਗਈ, ਤਾਂ ਪਹਿਲਾਂ ਜਦੋਂ ਉਹਨੇ ਐਪਲੀਕੇਸ਼ਨ ਲਾਉਣੀ ਹੈਗੀ ਆ, ਉਹਨੂੰ ਸਟੇਟਸ ਉਹਦਾ ਸਟੂਡੈਂਟ ਦਾ ਹੀ ਰੀਸਟੋਰ ਹੋਊਗਾ। ਇਹ ਨਹੀਂ ਓਕੇ, ਹੋ ਸਕਦਾ, ਕਿਉਂਕਿ ਅੱਗੇ ਕਈਆਂ ਦੇ ਵਿੱਚ ਏਦਾਂ ਪ੍ਰੋਬਲਮ ਆਉਂਦੀ ਸੀਗੀ, ਜੇ ਸਟੂਡੈਂਟ ਦਾ ਹੋ ਜਾਂਦਾ ਸੀ ਤਾਂ ਉਹ ਵਰਕ ਪਰਮਿਟ ਦੀ, ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਐਪਲੀਕੇਸ਼ਨ ਲਾ ਦਿੰਦੇ ਸੀਗੇ। ਪਰ ਇਹਦੇ ਵਿੱਚ ਇੱਕ ਜਿਹੜੀ ਹੈਗੀ ਆ, ਜਦੋਂ ਜਿਹੜਾ ਸਟੇਟਸ ਤੁਹਾਡਾ ਖਤਮ ਹੋਇਆ, ਉਹੀ ਸਟੇਟਸ ਤੁਸੀਂ ਰੀਸਟੋਰ ਕਰੋਗੇ। ਉਸ ਤੋਂ ਬਾਅਦ ਜਿਹੜਾ ਵੀਜ਼ਾ ਆਫਿਸਰ ਹੁੰਦਾ, ਉਹ ਤੁਹਾਡੀ ਐਪਲੀਕੇਸ਼ਨ ਅੱਗੇ ਜਿਵੇਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਆ, ਉਹਦੇ ਵਿੱਚ ਤੁਹਾਨੂੰ ਅਸੈਸ ਕਰੂੰਗਾ। ਤੇ ਇਹਦੇ ਵਿੱਚ ਆਮ ਤੌਰ ਤੇ ਟਾਈਮ ਇਹ ਹੁੰਦਾ ਸੀਗਾ ਜੀ, 3 ਮਹੀਨੇ ਦਾ ਟਾਈਮ ਹੁੰਦਾ ਸੀ। ਜਦੋਂ ਤੁਹਾਡੇ ਕੋਲ ਤੁਹਾਡਾ ਸਟੇਟਸ ਐਪਲੀਕੇਸ਼ਨ ਡਿਨਾਈ ਹੋ ਜਾਂਦੀ, 3 ਮਹੀਨੇ ਦਿੱਤੇ ਜਾਂਦੇ ਸੀ ਲੈਟਰ ਤੇ ਤੁਹਾਨੂੰ। ਉਹ 3 ਮਹੀਨੇ ਦੇ ਵਿੱਚ ਹੀ ਤੁਹਾਨੂੰ ਆਪਦਾ ਸਟੇਟਸ ਮੇਨਟੇਨ ਕਰਨਾ ਪੈਂਦਾ ਸੀਗਾ। ਤੇ ਇਹਦੀ ਪ੍ਰੋਸੈਸਿੰਗ ਨੂੰ ਜਿਹੜਾ ਹੈਗਾ, ਪ੍ਰੋਸੈਸਿੰਗ ਨੂੰ 3 ਤੋਂ 4 ਮਹੀਨੇ ਲੱਗ ਜਾਂਦੇ ਹੈਗੇ ਸੀਗੇ ਜੀ।
ਪਰ ਹੁਣ ਜਿਹੜਾ ਇਹਨਾਂ ਨੇ ਕੀਤਾ ਹੈਗਾ ਔਰ ਹੁਣ ਇਹ ਐਪਲੀਕੇਸ਼ਨ ਇਨਸਾਈਡ ਕੈਨੇਡਾ ਜਿਹੜੀਆਂ ਸਟੇਟਸ ਰੀਸਟੋਰ ਕਰਨ ਨੂੰ ਇਹਨਾਂ ਨੂੰ ਘੱਟ ਟਾਈਮ ਲੱਗ ਰਿਹਾ ਹੈਗਾ। ਤੇ ਜੇਕਰ ਇੱਕ ਕਿਸੇ ਦਾ ਟਾਈਮਿੰਗ ਘੱਟ ਗਈ ਹੈ ਤੇ ਅਜਿਹੇ ਵਿੱਚ ਉਹਨਾਂ ਦਾ ਹਜੇ ਕੋਈ ਉਧਰੋਂ ਫੈਸਲਾ ਵੀ ਨਹੀਂ ਆਇਆ ਤਾਂ ਉਹਨਾਂ ਦਾ ਸਟੇਟਸ ਫਿਰ ਕੀ ਮੰਨਿਆ ਜਾਏਗਾ? ਇਹਦੇ ਵਿੱਚ ਏਦਾਂ ਹੁੰਦਾ ਹੈਗਾ ਜੀ ਵੀ ਇਹਦੇ ਵਿੱਚ ਜਿਵੇਂ ਮੈਂ ਦੱਸਿਆ ਹੈਗਾ ਵੀ ਡਿਪੈਂਡ ਕਰਦਾ ਹੈਗਾ ਵੀ ਉਹਨਾਂ ਨੇ ਪਹਿਲਾਂ ਕਿਸ ਕੈਟਾਗਰੀ ਦੇ ਵਿੱਚ ਆਪਦੀ ਐਪਲੀਕੇਸ਼ਨ ਲਾਈ ਹੈਗੀ ਆ। ਜੀ ਜੀ ਸਰ, ਇੱਕ ਦਰਸ਼ਕ ਜੁੜ ਗਏ ਨੇ, ਪਹਿਲਾਂ ਆਪਾਂ ਉਹਨਾਂ ਦਾ ਸਵਾਲ ਲੈ ਲਈਏ ਫਿਰ ਆਪਾਂ ਬੈਕ ਆਪਣੇ ਟੌਪਿਕ ਦੇ ਉੱਤੇ ਆਉਂਦੇ ਹਾਂ। ਸੋ ਪਹਿਲਾਂ ਆਪਾਂ ਕਾਲ ਲੈ ਲਈਏ ਜੀ। ਜੀ ਬਿਲਕੁਲ ਜੀ। ਜੀ ਜੀ ਸ਼ਾਇਦ ਸਾਡੇ ਡਿਸਕਨੈਕਟ ਹੋ ਗਿਆ ਫੋਨ, ਦੁਬਾਰਾ ਕਾਲ ਕਰ ਸਕਦੇ ਹੋ। ਅਗਲੇ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਪੁੱਛਣਾ ਚਾਹੁੰਦੇ ਹੋ? ਜੀ ਸ਼ਾਇਦ ਫੋਨ ਡਿਸਕਨੈਕਟ ਹੋ ਗਿਆ ਜੀ। ਸਰ ਆਪਾਂ ਆਪਣੇ ਟੌਪਿਕ ਦੇ ਉੱਤੇ ਵਾਪਸ ਆਏ। ਤੁਸੀਂ ਕਿਹਾ ਸੀ ਕਿ ਕਿਹੜਾ ਵੀਜ਼ਾ ਹੁੰਦਾ ਇਹਦੇ ਤੇ ਡਿਪੈਂਡ ਕਰਦਾ ਆ। ਇੱਕ ਹੋਰ ਦਰਸ਼ਕ ਜੁੜ ਗਏ ਨੇ, ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਪੁੱਛਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਜੀ। ਜੀ ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ ਤੇ ਕੀ ਸਵਾਲ ਹੈ ਤੁਹਾਡਾ? ਟੀਵੀ ਦੀ ਆਵਾਜ਼ ਨੂੰ ਥੋੜਾ ਜਿਹਾ ਘੱਟ ਕਰ ਦਿਓ। ਅਸੀਂ ਬ੍ਰਹਮਪੁਰ ਤੋਂ ਬੋਲ ਰਹੇ ਹਾਂ ਜੀ। ਸਾਡਾ ਸਵਾਲ ਇਹ ਹੈ, ਅਸੀਂ ਬਾਈ ਜੀ ਨੂੰ ਇਹ ਪੁੱਛਣਾ ਗਰੇਵਾਲ ਨੂੰ ਵੀ ਮੇਰੀ ਸਰਜਰੀ ਹੋਈ ਹੈ ਆਪਣੇ ਹਿੱਪ ਦੀ ਜੀ, ਚੂੜਾ ਨਵਾਂ ਪਿਆ ਤੇ ਮੈਂ ਆਪਦੇ ਕਿਸੇ ਸਪਾਂਸਰ ਨੂੰ ਸੱਦਣਾ ਚਾਹੁੰਦੀ ਹਾਂ ਮੈਨੂੰ ਕੋਈ ਸਾਂਭਣ ਵਾਸਤੇ। ਮੈਂ ਉੱਠ ਬਹਿ ਨਹੀਂ ਸਕਦੀ ਜੀ। ਵੀ ਇਹ ਉਹਨਾਂ ਨੂੰ ਸੱਦ ਸਕਦੇ ਕਿ ਨਹੀਂ? ਮਿਸਟਰ ਹਰਕਿਰਨ ਕੁਝ ਪੁੱਛਣਾ ਚਾਹੁੰਦੇ ਜਾਂ ਆਪਾਂ ਆਂਸਰ ਦਈਏ? ਨਹੀਂ, ਆਪਾਂ ਆਨਸਰ ਦੇ ਦਿੰਦੇ ਹਾਂ ਜੀ ਇਹਨਾਂ ਨੂੰ। ਠੀਕ ਹੈ ਜੀ, ਤੁਸੀਂ ਟੀਵੀ ਦੇ ਆਨਸਰ ਸੁਣ ਲਿਓ ਜੀ। ਕਾਲ ਕਰਨ ਲਈ ਥੈਂਕ ਯੂ ਤੁਹਾਡਾ। ਜੀ ਸਰ, ਪਹਿਲਾਂ ਇਹਨਾਂ ਦਾ ਆਪਾਂ ਆਨਸਰ ਦੇ ਦਈਏ। ਹਾਂਜੀ, ਜਿਵੇਂ ਇਹਨਾਂ ਨੇ ਦੱਸਿਆ ਇਹਨਾਂ ਨੂੰ ਮੈਡੀਕਲ ਨੀਡ ਹੈਗੀ ਆ ਜੀ, ਉਹਦੇ ਬਾਰੇ ਇਹ ਕਿਸੇ ਨੂੰ ਬੁਲਾ ਸਕਦੇ ਹੈਗੇ ਆ ਜੀ। ਉਹਦੇ ਵਿੱਚ ਇਹ ਦੇਖਣਾ ਪੈਂਦਾ ਹੈਗਾ ਵੀ ਇਹ ਕਿਹਨੂੰ ਚਾਹੁੰਦੇ ਹੈਗੇ ਆ ਤੇ ਜਿਹੜੇ ਇੰਡੀਵਿਜੂਅਲ ਨੂੰ ਇਹ ਬੁਲਾਉਣਾ ਚਾਹੁੰਦੇ ਆ ਉਹਨਾਂ ਦੀਆਂ ਕੀ ਇਹਨਾਂ ਨਾਲ ਰਿਲੇਸ਼ਨ ਕੀ ਹੈਗਾ, ਉਹਨਾਂ ਦੀ ਆਪਦੀ ਕੰਟਰੀ ਦੇ ਵਿੱਚ ਟਾਈਜ਼ ਕੀ ਨੇ। ਤੇ ਇੱਕ ਤਾਂ ਇਹ ਕਿਸੇ ਆਪਦੇ ਰਿਲੇਟਿਵ ਨੂੰ ਵੀ ਬੁਲਾ ਸਕਦੇ, ਦੂਸਰਾ ਇਹ ਹੈਗਾ ਜੇ ਇਹਨਾਂ ਨੂੰ ਹੈਲਥ ਕੇਅਰ ਬਾਰੇ ਕੋਈ ਹੈਗੀ ਆ ਤਾਂ ਇਹ ਨੈਨੀ ਵੀ ਬੁਲਾ ਸਕਦੇ ਆ। ਪਰ ਉਹਦੇ ਵਾਸਤੇ ਇਹਨਾਂ ਨੂੰ ਇੱਕ ਇਨਕਮ ਦਾ ਕ੍ਰਾਈਟੀਰੀਆ ਮੀਟ ਕਰਨਾ ਪੈਣਾ ਹੈਗਾ। ਜਿਹੜਾ ਇਹਨਾਂ ਦਾ ਕੁਐਸਚਨ ਸੀਗਾ ਵੀ ਇਹ ਕਿਸੇ ਨੂੰ ਬੁਲਾ ਸਕਦੇ ਆ, ਉਹ ਬੁਲਾ ਸਕਦੇ ਹੈਗੇ ਆ ਜੀ। ਬਾਕੀ ਇਨਫੋਰਮੇਸ਼ਨ ਵਾਸਤੇ ਸਾਡੇ ਬ੍ਰੈਂਪਟਨ ਆਫਿਸ ਕਾਲ ਕਰ ਲੈਣ, ਉਹ ਇਹਨਾਂ ਨੂੰ ਅੱਗੇ ਫਰਦਰ ਇਨਫੋਰਮੇਸ਼ਨ ਦੇ ਸਕਦੇ ਹੈਗੇ ਆ ਜੀ। ਜੀ, ਸਟੇਟਸ ਰਿਸਟੋਰੇਸ਼ਨ ਦੀ ਅਸੀਂ ਗੱਲ ਕਰ ਰਹੇ ਸੀ। ਸੋ ਮੈਂ ਉਹ ਪੁੱਛ ਰਹੀ ਸੀ ਕਿ ਉਹ ਕੀ ਡਿਪੈਂਡ ਕਰਦਾ ਆ ਕਿ ਉਹਨੇ ਸਮੇਂ ਲਈ ਜੇਕਰ ਕੋਈ ਵਰਕ ਪਰਮਿਟ ਹੋਲਡਰ ਇਸ ਵਕਤ ਅਪਲਾਈ ਕਰ ਰਿਹਾ ਤਾਂ ਕਿ ਉਸ ਸਮੇਂ ਦੌਰਾਨ ਜਦ ਤੱਕ ਉਹਦਾ ਰੀਨਿਊ ਨਹੀਂ ਹੁੰਦਾ ਜਾਂ ਰੀਸਟੋਰ ਨਹੀਂ ਹੁੰਦਾ ਕਿ ਕੰਮ ਕਰਨ ਲਈ ਐਲੀਜੀਬਲ ਹੋਏਗਾ? ਉਹਦੇ ਵਿੱਚ ਏਦਾਂ ਹੁੰਦਾ ਹੈਗਾ ਜੀ, ਜਦੋਂ ਤਾਂ ਤੁਸੀਂ ਜਿਹੜਾ ਹੈਗਾ ਜਿਵੇਂ ਮੈਂ ਦੱਸਿਆ ਹੈਗਾ, ਜੇ ਇਹਦੇ ਵਿੱਚ ਤੁਸੀਂ ਅੰਪਲਾਇਰ ਚੇਂਜ ਕਰਨਾ ਹੈਗਾ ਤੇ ਪਰ ਤੁਸੀਂ ਉਹਨਾਂ ਨੂੰ ਵੈਬ ਫਾਰਮ ਦੇ ਥਰੂ ਅਪਡੇਟ ਕਰ ਦਿੱਤਾ ਗਿਆ ਹੈਗਾ ਇਮੀਗ੍ਰੇਸ਼ਨ ਨੂੰ, ਤਾਂ ਤੁਸੀਂ ਪਰਮਿਸ਼ਨ ਆਉਣ ਤੇ ਆਪਦਾ ਕੰਮ ਕਰਨ ਦੇ ਵਾਸਤੇ ਐਲੀਜੀਬਲ ਹੋ ਗਏ ਹੋ। ਤੁਹਾਨੂੰ ਵਰਕ ਪਰਮਿਟ ਦੀ ਵੇਟ ਨਹੀਂ ਕਰਨੀ ਪੈਣੀ। ਪਰ ਜੇ ਕਈ ਵਾਰ ਜੇ ਤੁਸੀਂ ਵਿਜ਼ਟਰ ਹੈਗੇ ਹੋ, ਤੁਸੀਂ ਵਰਕ ਪਰਮਿਟ ਦੀ ਐਪਲੀਕੇਸ਼ਨ ਲਾ ਦਿੱਤੀ ਹੈਗੀ ਆ ਤੇ ਪਰ ਉਹਦੇ ਵਿੱਚ ਜਦ ਤੱਕ ਤੁਹਾਨੂੰ ਪਰਮਿਸ਼ਨ ਨਹੀਂ ਆਉਂਦੀ ਹੈਗੀ ਜਾਂ ਵਰਕ ਪਰਮਿਟ ਨਹੀਂ ਆਉਂਦਾ ਹੈਗਾ, ਉਦੋਂ ਤੱਕ ਤੁਸੀਂ ਕੈਨੇਡਾ ਦੇ ਵਿੱਚ ਕੰਮ ਕਰਨ ਵਾਸਤੇ ਐਲੀਜੀਬਲ ਨਹੀਂ ਹੋ ਸਕਦੇ ਹੈਗੇ। ਹਾਂਜੀ, ਪਰ ਜੇ ਤੁਸੀਂ ਪਰਮਾਨੈਂਟ ਤੁਹਾਡੀ ਐਪਲੀਕੇਸ਼ਨ ਲੱਗੀ ਹੈਗੀ ਆ, ਤੁਸੀਂ ਆਊਟ ਆਫ ਸਟੇਟਸ ਹੋ ਜਾਂਦੇ ਹੋ ਪਰ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਇਨੀਸ਼ੀਅਲ ਸਟੇਜ ਨਿਕਲ ਚੁੱਕੀ ਆ, ਜਿਵੇਂ ਕਈ ਵਾਰ ਹੋ ਜਾਂਦਾ ਹੈਗਾ ਜੀ ਸਟੂਡੈਂਟਸ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲਿਆਂ ਨੇ ਪਰਮਾਨੈਂਟ ਐਪਲੀਕੇਸ਼ਨ ਲਾਈ ਹੈਗੀ ਆ ਜੀ, ਪਰ ਉਹਨਾਂ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਕਸਪਾਇਰ ਹੋ ਰਿਹਾ। ਜਾਂ ਨੈਨੀਜ਼ ਦੇ ਵਿੱਚ ਵੀ ਏਦਾਂ ਹੁੰਦਾ ਹੈਗਾ ਵੀ ਉਹਨਾਂ ਕੋਲ ਨੈਨੀ ਦਾ ਸੀਗਾ ਵਰਕ ਪਰਮਿਟ 2 ਸਾਲ ਹੋ ਗਏ ਹੈਗੇ ਆ, ਵਰਕ ਪਰਮਿਟ ਐਕਸਪਾਇਰ ਹੋ ਗਿਆ ਪਰ ਉਹਨਾਂ ਨੇ ਪਰਮਾਨੈਂਟ ਐਪਲੀਕੇਸ਼ਨ ਲਾਈ ਹੈ। ਕਿਉਂਕਿ ਨੈਨੀਜ਼ ਦੇ ਕੇਸ ਦੇ ਵਿੱਚ ਕੇਅਰ ਗਿਵਰ ਦੇ ਵਿੱਚ ਇਹ ਕਾਫੀ ਕਾਮਨ ਹੈਗਾ, ਕਿਉਂਕਿ ਉਹਨਾਂ ਨੇ ਇਹ ਹੁੰਦੀ ਆ ਰਿਕੁਆਇਰਮੈਂਟ ਇਹ ਹੁੰਦੀ ਹੈਗੀ ਆ ਉਹਨਾਂ ਦੀ ਵੀ ਜਦੋਂ ਤੁਸੀਂ 2 ਸਾਲ ਦਾ ਆਪਦਾ ਐਕਸਪੀਰੀਅੰਸ ਕੈਨੇਡਾ ਦੇ ਵਿੱਚ ਪੂਰਾ ਕਰ ਲੈਂਦੇ ਹੋ, ਉਸ ਤੋਂ ਬਾਅਦ ਹੀ ਤੁਸੀਂ ਵਰਕ ਪਰਮਿਟ ਤੋਂ ਬਾਅਦ ਪਰਮਾਨੈਂਟ ਵਾਸਤੇ ਅਪਲਾਈ ਕਰ ਸਕਦੇ ਹੋ। ਪਰ ਇਹਦੇ ਵਿੱਚ ਇਹ ਹੋ ਜਾਂਦਾ ਵੀ ਜਦ ਤੱਕ ਤੁਹਾਡਾ 2 ਸਾਲ ਦਾ ਪੋਸਟ ਸਟੇਟਸ ਪੂਰਾ ਹੋ ਜਾਂਦਾ, ਤੁਹਾਡੀ ਐਪਲੀਕੇਸ਼ਨ ਪਰਮਾਨੈਂਟ ਲੱਗੀ ਹੁੰਦੀ ਆ, ਤੁਸੀਂ ਉਹਦੇ ਬੇਸਿਸ ਤੇ ਬ੍ਰਿਜਿੰਗ ਵਰਕ ਪਰਮਿਟ ਲਾ ਸਕਦੇ ਹੋ ਹੈਗੇ ਹੋ ਜੀ। ਉਹਦਾ ਮਤਲਬ ਇਹ ਆ ਵੀ ਜਦ ਤੱਕ ਤੁਹਾਡਾ ਪਰਮਾਨੈਂਟ ਐਪਲੀਕੇਸ਼ਨ ਇਨ ਪ੍ਰੋਸੈਸ ਹੈਗਾ, ਤੁਹਾਨੂੰ ਆਥੋਰਾਈਜੇਸ਼ਨ ਦਿੱਤੀ ਜਾਂਦੀ ਆ, ਤੁਸੀਂ ਕੈਨੇਡਾ 'ਚ ਓਪਨ ਵਰਕ ਪਰਮਿਟ ਤੇ ਕੰਮ ਕਰ ਸਕਦੇ ਹੋ ਤੇ ਰਹਿ ਸਕਦੇ ਹੈਗੇ ਹੋ ਜੀ। ਪਰ ਇਹਦੇ ਵਿੱਚ ਤਾਂ ਹੋ ਗਿਆ ਕਿ ਤੁਸੀਂ ਜਦੋਂ ਇੱਕ ਨਾਰਮਲ ਐਪਲੀਕੇਸ਼ਨ ਪ੍ਰੋਸੈਸ ਲਗਾਇਆ, ਜੇ ਆਪਾਂ TR to PR ਪ੍ਰੋਗਰਾਮ ਦੀ ਗੱਲ ਕਰੀਏ ਇਹਦੇ ਬਾਰੇ ਕੀ ਅਪਡੇਸ਼ਨ ਹੈ? ਇਹਦੇ ਵਿੱਚ ਇਹ ਵੀ ਸੁਣਨ ਨੂੰ ਆਇਆ ਸੀ ਕਿ ਜਿਹੜੇ ਵੀ ਸੈਂਟਰ ਅਪਲਾਈ ਕਰਨਗੇ ਓਪਨ ਜਿਹੜਾ ਵਰਕ ਪਰਮਿਟ ਆ ਜਿਵੇਂ ਬ੍ਰਿਜਿੰਗ ਵੀਜ਼ਾ ਉਹਦੇ ਲਈ ਫਿਰ ਅੱਗੇ ਐਲੀਜੀਬਲ ਨਹੀਂ ਹੋਣਗੇ, ਇਸ ਨੂੰ ਅੱਗੇ ਵਧਾ ਨਹੀਂ ਸਕਣਗੇ। ਸੋ ਇਹਦੇ ਬਾਰੇ ਕੋਈ ਨਵੀਂ ਅਪਡੇਸ਼ਨ ਹੈਗੀ ਤੁਹਾਡੇ ਕੋਲੇ ਕਿ ਪ੍ਰੋਸੈਸਿਸ ਸ਼ੁਰੂ ਹੋ ਗਏ ਨੇ ਫਾਈਲਿੰਗ ਵਗੈਰਾ ਦੇ?
ਹਾਂਜੀ, ਜਿਹੜਾ ਹੈਗਾ ਇਹਦੇ 'ਚ ਜਿਹੜਾ ਦੇਖਿਆ ਹੈਗਾ ਆਪਣਾ ਨਵਾਂ ਪ੍ਰੋਗਰਾਮ ਆ TR to PR। ਹੂੰ ਇਹਦੇ ਵਿੱਚ ਜਿਵੇਂ ਤੁਸੀਂ ਫਸਟ ਆਫ ਕਿਹਾ ਹੈਗਾ ਵੀ ਬ੍ਰਿਜਿੰਗ ਵਰਕ ਪਰਮਿਟ ਵਾਸਤੇ ਐਲੀਜੀਬਲ ਨਹੀਂ ਹੋਣਗੇ, ਉਹਦਾ ਰੀਜ਼ਨ ਇਹ ਹੈਗਾ ਹੂੰ ਕਿਉਂਕਿ TR to PR ਪ੍ਰੋਗਰਾਮ ਦੀ ਜਿਹੜੀ ਪ੍ਰੋਸੈਸਿੰਗ ਆ ਉਹ ਕਾਫੀ ਫਾਸਟ ਹੋਣੀ ਹੈਗੀ ਆ ਜੀ। ਓਕੇ ਇਹਦੇ ਵਿੱਚ ਹਾਂਜੀ, ਇਹਦੇ ਵਿੱਚ ਜੂਨ ਦੇ ਵਿੱਚ ਵੀ ਜਿਹੜਾ ਹੈਗਾ ਕਈਆਂ ਨੂੰ ਜਿਹੜਾ ਹੈਗਾ ਉਹਦੇ ਵਿੱਚ ਅਕਨੋਲੇਜਮੈਂਟ ਆ ਚੁੱਕੀ ਹੈਗੀ ਆ ਜੀ। ਤੇ ਇਹਦੇ ਵਿੱਚ ਜਿਹੜੀ ਪ੍ਰੋਸੈਸਿੰਗ ਦਾ ਦੂਸਰੀ ਗੱਲ ਇਹਦੇ ਵਿੱਚ ਇਹ ਹੈਗੀ ਆ ਕਿਉਂਕਿ ਜਿਵੇਂ ਆਪਾਂ ਜਾਣਦੇ ਹੈਗੇ ਆ ਵੀ ਇਹਦੇ ਵਿੱਚ 90,000 ਐਪਲੀਕੇਸ਼ਨਸ ਲਈਆਂ ਜਾਣੀਆਂ ਸੀਗੀਆਂ। ਇਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੀਆਂ 40,000 ਐਪਲੀਕੇਸ਼ਨ ਜਿਹੜੀਆਂ ਸੀਗੀਆਂ ਉਹ ਕੈਪ ਕੰਪਲੀਟ ਹੋ ਗਈ ਸੀਗੀ। ਪਰ ਜਿਹਦੇ ਵਿੱਚ ਮੈਂ ਇੱਕ ਦੱਸਣਾ ਚਾਹੁੰਦਾ ਹੈਗਾ ਵੀ ਕਈ ਵਾਰ ਆਮ ਇਹ ਪੁੱਛਿਆ ਜਾਂਦਾ ਹੈਗਾ ਵੀ ਕੀ ਇਹ ਕੈਟਾਗਰੀ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਵਾਲੀ ਆ ਉਹ ਦੁਬਾਰਾ ਖੁੱਲ ਸਕਦੀ ਆ। ਉਹਦੇ ਵਿੱਚ ਕਾਫੀ ਚਾਂਸਿਸ ਹੈਗੇ ਆ ਜੀ ਵੀ ਉਹ ਕੈਟਾਗਰੀ ਦੁਬਾਰਾ ਖੁੱਲ ਸਕਦੀ ਆ ਕਿਉਂਕਿ ਇੱਕ ਤਾਂ ਇਦਾਂ ਹੈਗਾ ਵੀ ਉਹਦੇ ਵਿੱਚ ਡੁਪਲੀਕੇਟ ਐਂਟਰੀਜ਼ ਬਹੁਤ ਹੋਈਆਂ, ਕਈਆਂ ਨੇ 2-2 3-3 ਕੀਤੀਆਂ ਹੈਗੀਆਂ। ਇਸ ਤੋਂ ਬਿਨਾਂ ਇੱਕ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਜਿਹੜੇ ਡਰਾ ਨੇ ਉਹ ਕਾਫੀ ਡ੍ਰੌਪ ਹੋਏ ਨੇ ਆਪਾਂ ਦੇਖਿਆ ਹੈਗਾ ਜੀ। ਤੇ ਬਹੁਤ ਇੰਟਰਨੈਸ਼ਨਲ ਸਟੂਡੈਂਟਸ ਨੇ ਦੋਨੋਂ ਪਾਸੇ ਅਪਲਾਈ ਕੀਤਾ ਹੋਇਆ ਸੀਗਾ ਜੀ। ਉਹਦੇ ਕਰਕੇ ਜਦੋਂ ਵੀ ਇਹ ਸਾਰਾ ਉਹ ਸੌਰਟ ਆਊਟ ਕਰਨਗੇ ਤੇ ਕਾਫੀ ਚਾਂਸਿਸ ਹੈਗੇ ਆ ਵੀ ਇਹਦੇ ਵਿੱਚ ਦੁਬਾਰਾ ਮੌਕਾ ਦਿੱਤਾ ਜਾਊਗਾ ਬਾਕੀ ਜਿਹੜੇ ਵੀ ਕੁਆਲੀਫਾਈ ਕਰਨਗੇ। ਤੇ ਇਸ ਦੇ ਲਈ ਮੈਂ ਦੱਸਣਾ ਚਾਹੁੰਦਾ ਹੈਗਾ ਜਿਹੜੇ ਵੀ ਤੁਹਾਡੀ ਬੇਸਿਕ ਰਿਕੁਆਇਰਮੈਂਟ ਹੈ ਇੰਗਲਿਸ਼ ਦੀ ਜਾਂ ਜੌਬ ਦੀ ਉਹ ਤੁਸੀਂ ਜੇ ਮੀਟ ਕਰਦੇ ਹੋ ਤਾਂ ਤੁਸੀਂ ਦੁਬਾਰਾ ਇਸ ਡਰਾ ਦੇ ਵਿੱਚ ਨਾਮ ਪਾ ਸਕਦੇ ਹੈਗੇ ਹੋ। ਤੇ ਇਸ ਤੋਂ ਬਿਨਾਂ TR to PR ਪ੍ਰੋਗਰਾਮ ਦੀਆਂ ਜਿਹੜੀਆਂ ਸੀਗੀਆਂ ਰਿਕੁਆਇਰਮੈਂਟ ਜਿਹੜੀਆਂ ਉਹਦੇ ਵਾਸਤੇ ਜਿਹੜਾ ਹੈਗਾ ਤੁਸੀਂ ਉਹ ਕਰ ਸਕਦੇ ਹੈਗੇ ਹੋ। ਇਹਦੇ ਵਾਸਤੇ ਜੇ ਤੁਸੀਂ ਪਾਰਟ ਟਾਈਮ ਕੰਮ ਕਰਦੇ ਹੈਗੇ ਹੋ ਤੇ ਤੁਹਾਡੀ ਜਿਵੇਂ ਕੈਸ਼ੀਅਰ ਵਗੈਰਾ ਹੈਗੇ ਤਾਂ ਵੀ ਤੁਸੀਂ ਉਹ ਕੈਟਾਗਰੀ ਦੇ ਵਿੱਚ ਹਜੇ ਐਪਲੀਕੇਸ਼ਨ ਇਹਨਾਂ ਦੀਆਂ 14-15 ਹਜ਼ਾਰ ਹੋਈਆਂ ਉਹਦੇ ਵਾਸਤੇ ਵੀ ਤੁਸੀਂ ਐਲੀਜੀਬਲ ਹੋ ਸਕਦੇ ਹੈਗੇ ਹੋ। ਤੇ ਜਿਹੜੀ ਇਹਦੀ ਪ੍ਰੋਸੈਸਿੰਗ ਦੇ ਆਮ ਕਿਹਾ ਜਾਂਦਾ ਮੋਸਟ ਪ੍ਰੋਬਬਲੀ ਇਹ ਪ੍ਰੋਸੈਸਿੰਗ ਐਂਡ ਆਫ ਦਿਸ ਈਅਰ ਜਿਹੜੀ ਹੈਗੀ ਆ ਤੁਹਾਨੂੰ ਕਨਫਰਮੇਸ਼ਨ ਆਫ ਪਰਮਾਨੈਂਟ ਰੈਜ਼ੀਡੈਂਸੀ ਮੋਸਟ ਆਫ ਦਾ ਕੇਸਿਸ ਦੇ ਵਿੱਚ ਮਿਲ ਜਾਊਗੀ ਇਸ ਪ੍ਰੋਗਰਾਮ ਦੇ ਅੰਦਰ ਜੀ। ਮੈਂ ਇਹਦੇ ਵਿੱਚ ਨਾ ਥੋੜਾ ਜਿਹਾ ਹੈਲਥ ਕੇਅਰ ਦੇ ਬਾਰੇ ਵੀ ਗੱਲ ਕਰਨਾ ਚਾਹੂੰਗੀ। ਮੈਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਇੱਕ ਜ਼ਰੂਰ ਮੈਸੇਜ ਦੇ ਦੇਵਾਂ। ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਇਸ ਵਕਤ ਜੇ ਤੁਸੀਂ ਲਾਈਵ ਪ੍ਰੋਗਰਾਮ 'ਚ ਕਾਲ ਕਰਨੀ ਹੈ ਤਾਂ 905-696-0800 ਨੰਬਰ ਤੇ ਕਾਲ ਕਰੋ। ਇਹ ਸਾਡੇ ਸਟੂਡੀਓ ਦਾ ਨੰਬਰ ਹੈ। ਤੁਸੀਂ ਇਸ ਵਕਤ ਬਹੁਤ ਸਾਰੇ ਦਰਸ਼ਕਾਂ ਦੇ ਪਿੱਛੇ ਆ ਰਹੇ ਨੇ ਮੈਸੇजेस ਕਿ ਉਹ ਤੁਹਾਡੇ ਆਫਿਸ ਦੇ ਵਿੱਚ ਇਸ ਵਕਤ ਲਾਈਵ ਪ੍ਰੋਗਰਾਮ ਸਮਝ ਕੇ ਤੁਹਾਡੇ ਆਫਿਸ ਨੰਬਰਸ ਤੇ ਕਾਲ ਕਰ ਰਹੇ ਨੇ। ਸੋ ਕੋਸ਼ਿਸ਼ ਕਰੋ ਕਿ 905-696-0800 ਇਸ ਵਕਤ ਲਾਈਵ ਪ੍ਰੋਗਰਾਮ ਸਟੂਡੀਓ ਦਾ ਨੰਬਰ ਹੈ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਸਰ ਮੈਂ ਇਸ ਪ੍ਰੋਗਰਾਮ ਦੇ ਅੰਦਰ ਜੇ ਮੈਂ ਹੈਲਥ ਕੇਅਰ ਦੀ ਗੱਲ ਕਰਾਂ ਕਹਿੰਦੇ ਕਾਫੀ ਇਸ ਵਕਤ ਉੱਥੇ ਸੀਟਸ ਖਾਲੀ ਨੇ। ਜਿਹੜੇ ਨੈਨੀ ਦੇ ਤੌਰ ਦੇ ਉੱਤੇ ਇਸ ਵਕਤ ਕੈਨੇਡਾ ਆਏ ਹੋਏ ਨੇ ਜਿਨ੍ਹਾਂ ਨੂੰ ਪਹਿਲਾਂ 2 ਸਾਲ ਦਾ ਐਕਸਪੀਰੀਅੰਸ ਕਰਕੇ ਫਿਰ PR ਮਿਲ ਸਕਦੀ ਆ। ਜੇਕਰ ਉਹਨਾਂ ਨੂੰ 6 ਮਹੀਨੇ ਦਾ ਜਾਂ ਸਾਲ ਦਾ ਐਕਸਪੀਰੀਅੰਸ ਹੋ ਗਿਆ ਕੀ ਉਹ ਇਸ ਤੇ ਅੰਡਰ ਆਪਣੀਆਂ ਫਾਈਲਸ ਲਗਾ ਸਕਦੇ ਨੇ? ਇਹ ਬਿਲਕੁਲ ਜੀ ਜਿਹੜਾ TR to PR ਪ੍ਰੋਗਰਾਮ ਹੈਗਾ ਜਿਹੜੇ ਹੈਲਥ ਦੇ ਵਿੱਚ ਹੈਗੇ ਆ ਹੈਲਥ ਦੇ ਵਿੱਚ ਹਜੇ 1900 ਐਪਲੀਕੇਸ਼ਨ ਹੀ ਹੋਈਆਂ ਹੈਗੀਆਂ ਜੀ ਅਰਾਊਂਡ 2000 ਹੋਈਆਂ ਹੈਗੀਆਂ। ਤੇ ਜਿਹੜੇ ਨੈਨੀ ਹੈਗੇ ਆ ਇਹਦੇ ਵਿੱਚ ਨੈਨੀ ਦੇ ਵਿੱਚ 2 ਤਰ੍ਹਾਂ ਦੇ ਹੁੰਦੇ ਹੈਗੇ ਆ ਜੀ ਹੋਮ ਚਾਈਲਡ ਕੇਅਰ ਤੇ ਉਹ ਵਾਸਤੇ ਹੁੰਦੇ ਆ ਜਿਹੜੇ ਕਿ ਬੱਚਿਆਂ ਨੂੰ ਸਾਂਭਣ ਵਾਸਤੇ ਹੁੰਦੇ ਹੈਗੇ ਆ ਤੇ ਦੂਸਰਾ ਹੁੰਦਾ ਹੈਗਾ ਹੋਮ ਸਪੋਰਟ ਵਰਕਰ। ਜਿਹੜੇ ਇਹਦੇ ਵਿੱਚ ਇਹਨਾਂ ਦੋਨਾਂ ਦੇ ਵਿੱਚ ਇੱਕ ਜਿਹੜੇ ਹੈਗੇ ਆ ਉਹ ਹੈਲਥ ਕੇਅਰ ਦੇ ਵਿੱਚ ਲਾ ਸਕਦੇ ਹੈਗੇ ਆ ਜੀ ਫਾਈਲ। ਉਹਦੇ ਵਿੱਚ ਨੈਨੀਜ਼ ਜਿਹੜੇ ਹੈਗੇ ਆ ਉਹਨਾਂ ਦਾ ਜਦੋਂ ਐਕਸਪੀਰੀਅੰਸ ਹੋ ਜਾਂਦਾ ਹੈਗਾ 1560 ਘੰਟੇ ਦਾ ਐਕਸਪੀਰੀਅੰਸ ਚਾਹੀਦਾ ਹੈਗਾ ਜੀ। ਜੇ ਉਹ ਐਕਸਪੀਰੀਅੰਸ ਮੀਟ ਕਰਦੇ ਆ ਕ੍ਰਾਈਟੇਰੀਆ ਮੀਟ ਕਰਦੇ ਆ ਤਾਂ ਉਹ ਇਸ ਪ੍ਰੋਗਰਾਮ ਦੇ ਵਿੱਚ ਫਾਈਲਸ ਲਾ ਕੇ ਆਪਦੀ ਪਰਮਾਨੈਂਟ ਹੋ ਸਕਦੇ ਹੈਗੇ ਆ ਜੀ। ਪਰ ਇਹਦੇ ਵਿੱਚ ਜਿਹੜੀ ਦੇਖਣ ਵਾਲੀ ਗੱਲ ਆ ਇਹ ਆ ਵੀ ਜਿਹੜੀ ਇਨਸਾਈਡ ਕੈਨੇਡਾ ਨੈਨੀਜ਼ ਨੇ ਉਹ ਇਸ ਵੇਲੇ ਉਹੀ ਨੈਨੀਜ਼ ਨੇ ਜਿਹੜੀਆਂ ਇੱਥੇ ਪਹਿਲਾਂ LMIA ਤੇ ਆਈਆਂ ਹੋਈਆਂ ਹੈਗੀਆਂ। ਉਹਨਾਂ ਦੀ ਪਰਮਾਨੈਂਟ ਪਹਿਲਾਂ ਹੀ ਫਾਈਲ ਲੱਗੀ ਹੋਈ ਆ ਉਹੀ ਮੇਜਰ ਨੈਨੀਜ਼ ਇੱਥੇ ਹੈਗੀਆਂ ਕਿਉਂਕਿ ਜਿਹੜਾ ਨਵਾਂ ਪ੍ਰੋਗਰਾਮ ਚੱਲਿਆ ਸੀਗਾ ਉਹਦੇ ਵਾਲੀਆਂ ਨੈਨੀਜ਼ ਦੇ ਕਿਉਂਕਿ 2019 ਤੋਂ ਪ੍ਰੋਸੈਸਿੰਗ ਕਾਫੀ ਸਲੋ ਸੀ। ਮਾਰਚ ਤੱਕ ਲਾਸਟ ਫੈਬਰਰੀ 2020 ਤੱਕ ਉਹਨਾਂ ਨੂੰ ਬਾਇਓਮੈਟ੍ਰਿਕਸ ਵਗੈਰਾ ਗਿਆ ਆ ਉਹ ਹਜੇ ਨੈਨੀਜ਼ ਇੱਥੇ ਨਹੀਂ ਆਈਆਂ ਹੈਗੀਆਂ ਜੀ। ਤਾਂ ਇਨਸਾਈਡ ਨੈਨੀਜ਼ ਵਾਸਤੇ ਕਾਫੀ ਪ੍ਰੋਗਰਾਮ ਪਹਿਲਾਂ ਵੀ ਆਏ ਸੀ ਪਰ ਹੁਣ ਜਿਹੜਾ ਹੈਗਾ ਹੁਣ ਵੀ ਉਹ ਇਹ ਦੋਨੋਂ ਪ੍ਰੋਗਰਾਮਾਂ ਦਾ ਬੈਨੀਫਿਟ ਲੈ ਸਕਦੇ ਆ। ਇਹਨਾਂ ਦੇ ਵਿੱਚ ਉਹ ਆਪਦੀ ਫਾਈਲ ਲਾ ਸਕਦੇ ਹੈਗੇ ਆ ਜੀ। ਤੇ ਸਰ ਜਿਵੇਂ ਕਿਹਾ ਜਾ ਰਿਹਾ ਸੀ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਇਹ ਬਿਆਨ ਵੀ ਆਇਆ ਸੀ ਕਿ 1500 ਐਪਲੀਕੇਸ਼ਨ ਜਿਹੜੀਆਂ ਨੇ ਜੁਲਾਈ ਦੇ ਮਿਡ ਤੱਕ ਜਿਹੜੀਆਂ ਉਹਨਾਂ ਦਾ ਸਿੱਧਾ PR ਤੱਕ ਦਾ ਫੈਸਲਾ ਕੀਤਾ ਜਾਏਗਾ। ਸੋ ਇਹ ਕਿ 2019 ਦਾ ਜਿਹੜਾ ਇਹਨਾਂ ਨੇ ਸਟਾਰਟਿੰਗ ਦੇ ਵਿੱਚ ਪ੍ਰੋਸੈਸ ਹੈ ਨਾ ਸਲੋ ਰੱਖਿਆ ਤੇ ਹੁਣ 1500 ਐਪਲੀਕੇਸ਼ਨਸ ਦੇ ਵਿੱਚ ਕਿਵੇਂ ਕਿਹਨੂੰ ਚੂਜ਼ ਕਰਨਗੇ ਕਿ ਇਹ ਜਿਨ੍ਹਾਂ ਦੀਆਂ ਫਾਈਲਸ ਪਹਿਲਾਂ ਲੱਗੀਆਂ ਹੋਣਗੀਆਂ ਉਹਨਾਂ ਨੂੰ ਚੂਜ਼ ਕੀਤਾ ਜਾਏਗਾ ਜਾਂ ਫਿਰ ਇੱਕ ਐਪਲੀਕੈਂਟ ਕਿਵੇਂ ਜਾਣ ਸਕਦਾ ਹੈ ਕਿ ਉਹਨਾਂ ਦੀ ਫਾਈਲ ਜਿਹੜੀ ਹੈ ਇਹਦੇ ਵਿੱਚ ਆਏਗੀ 1500 ਫਾਈਲਸ ਜਾਂ ਨਹੀਂ?
ਇਹਦੇ ਵਿੱਚ ਏਦਾਂ ਹੈਗਾ ਜੀ ਵੀ ਜਿਹੜੀਆਂ ਵੀ ਨੈਨੀਜ਼ ਦੇ ਫਾਈਲਸ ਜਿਵੇਂ ਆਪਾਂ ਦੇਖਦੇ ਆ ਪ੍ਰੋਸੈਸਿੰਗ ਕਾਫੀ ਹਮ। ਲੇਟ ਹੋ ਰਹੀ ਜੀ। ਹਮ। ਇਹਦੇ ਵਿੱਚ 2019 ਤੋਂ ਜਦੋਂ ਵੀ ਪ੍ਰੋਸੈਸ ਸੀਗਾ 2019 ਦੇ ਵਿੱਚ ਜਿਹੜੀਆਂ ਫਾਈਲਸ ਲੱਗੀਆਂ ਸੀ ਉਹਨਾਂ ਨੂੰ ਪਰਮਾਨੈਂਟ ਫਾਈਲ ਨੰਬਰ ਦਿੱਤੇ ਗਏ ਸੀਗੇ ਜੀ। 2020 ਦੇ ਵਿੱਚ ਵੀ ਦਿੱਤੇ ਗਏ ਸੀਗੇ ਤੇ ਉਹਨਾਂ ਦਾ ਜਿਹੜਾ ਸੀਗਾ ਉਹਨਾਂ ਤੋਂ ਮੋਸਟ ਆਫ ਫਾਈਲਸ ਦਾ ਇਹ ਸੀ 2019 ਦੀਆਂ ਫਾਈਲਸ ਵੀ ਇੱਥੋਂ ਬੇਸਿਕ ਅਸੈਸਮੈਂਟ ਹੋ ਕੇ ਉਹਨਾਂ ਦੀ EMPLOYERS ਦੀ ਤੇ ਉਹਨਾਂ ਦੀ ਫਾਈਲ ਜਿਹੜੀ ਸੋਰਸ ਕੰਟਰੀ ਜਾਂ ਜਿੱਥੋਂ ਵੀ ਆਉਣਾ ਸੀਗਾ ਕਿਸੇ ਨੇ ਜਿਵੇਂ ਇੰਡੀਆ ਦੇ ਵਿੱਚ ਉਹ ਫਾਰਵਰਡ ਕਰ ਦਿੱਤੀ ਗਈ ਸੀਗੀ ਜੀ ਫਾਈਲ ਤੇ ਉੱਥੇ ਜਿਹੜੇ ਉਹ ਕੰਸਰਨ ਵੀਜ਼ਾ ਆਫਿਸ ਸੀ ਜਿਵੇਂ ਦਿੱਲੀ ਜਾਂ ਚੰਡੀਗੜ੍ਹ ਵਗੈਰਾ ਜਿਨ੍ਹਾਂ ਨੇ ਅਸੈਸ ਕਰਨੇ ਸੀਗੇ ਉਹਨਾਂ ਕੋਲ ਆਲਰੇਡੀ ਉਹ ਇਨਫੋਰਮੇਸ਼ਨ ਬਾਇਓਮੈਟ੍ਰਿਕ ਵਗੈਰਾ ਤੱਕ ਜਾ ਚੁੱਕੀ ਸੀਗੀ। ਤਾਂ ਉਹਦੇ ਅਕੋਰਡਿੰਗ ਜਿਹੜੀਆਂ ਫਾਈਲਸ ਪਹਿਲਾਂ ਪ੍ਰੋਸੈਸ ਹੋ ਰਹੀਆਂ ਹੈਗੀਆਂ ਉਹਨਾਂ ਦੇ ਵਿੱਚੋਂ ਹੀ ਜਿਹੜੀ ਹੈਗੀ ਆ ਪ੍ਰੋਸੈਸਿੰਗ ਕੀਤੀ ਜਾਊਗੀ ਉਹਨਾਂ ਦੇ ਵਿੱਚੋਂ ਹੀ ਇਨਵੀਟੇਸ਼ਨ ਭੇਜਿਆ ਜਾਊਗਾ ਉਹਨਾਂ ਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਜਾਊਗਾ ਜੀ। ਤੇ ਬਾਕੀ ਜਿਹੜੀਆਂ ਇੱਕ ਇਹਨਾਂ ਨੇ ਕਿਹਾ ਸੀਗਾ ਵੀ ਕੈਨੇਡਾ ਦੇ ਵਿੱਚ ਜਿਹੜੀਆਂ ਇਨਸਾਈਡ ਕੈਨੇਡਾ ਹੈਗੀਆਂ ਫਾਈਲਸ ਲੱਗੀਆਂ ਹੋਈਆਂ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਵੀ ਉਹ ਦਸੰਬਰ ਤੱਕ ਉਹਨਾਂ ਨੂੰ ਕੈਨੇਡਾ ਦੇ ਵਿੱਚ ਪਰਮਾਨੈਂਟ ਕੀਤਾ ਜਾਊਗਾ। ਤੇ ਏਦਾਂ ਦੇ ਇੱਕ ਹੋਰ ਇਹਨਾਂ ਨੇ ਕੀਤਾ ਸੀਗਾ ਵੀ ਕਿਉਂਕਿ ਨੈਨੀਜ਼ ਦੇ ਵਿੱਚ ਇਹ ਸੀ ਵੀ ਹੁਣ ਤੱਕ ਇਹਨਾਂ ਨੇ ਪ੍ਰੋਸੈਸਿੰਗ ਬਹੁਤ ਫਾਸਟ ਕੀਤੀ ਸੀਗੀ ਜੀ ਤੇ ਨੈਨੀਜ਼ ਦੀ ਫਾਈਲਸ ਦੇ ਵਿੱਚ ਇਹਨਾਂ ਨੇ ਇਹ ਰੱਖਿਆ ਸੀ ਵੀ ਜਿਹੜੀ ਫਾਈਲ ਹੋਊਗੀ ਹੁਣ 31 ਮਈ 2021 ਤੱਕ ਹਰ ਕਿਸੇ ਨੂੰ ਟੈਂਪਰਰੀ ਫਾਈਲ ਨੰਬਰ ਵੀ ਦਿੱਤਾ ਜਾਊਗਾ ਕਿਉਂਕਿ ਉਹਨਾਂ ਨੂੰ ਪਤਾ ਲੱਗੇ ਵੀ ਫਾਈਲ ਕਿਵੇਂ ਪ੍ਰੋਸੈਸ ਹੋ ਰਹੀ ਹੈਗੀ ਤੇ ਹੁਣ ਆਪਾਂ ਆਉਂਦੇ ਟਾਈਮ ਦੇ ਵਿੱਚ ਦੇਖਾਂਗੇ ਵੀ ਨੈਨੀ ਦੀ ਪ੍ਰੋਸੈਸਿੰਗ ਜਦੋਂ ਆਪਾਂ ਹੁਣ ਜਿਵੇਂ ਦੱਸਿਆ ਵੀ ਟਰੈਵਲ ਰੈਸਟ੍ਰਿਕਸ਼ਨਸ ਕਾਫੀ ਈਜ਼ ਹੋ ਜਾਣਗੀਆਂ ਤਾਂ ਇਸ ਤੋਂ ਬਿਨਾਂ ਜਿਹੜਾ ਅਗਲੇ 1-2 ਮਹੀਨੇ ਦੇ ਵਿੱਚ ਜਿਹੜੀਆਂ ਹੈਗੀਆਂ ਇਹਨਾਂ ਫਾਈਲਸ ਦੇ ਵਿੱਚ ਜਿਹੜੀਆਂ ਇੰਟਰਵਿਊ ਕਾਲਸ ਵੀ ਆਉਣੀਆਂ ਸਟਾਰਟ ਹੋਣਗੀਆਂ ਜੀ। ਜੀ ਬਿਲਕੁਲ ਸਰ, ਜਿਹੜੀਆਂ ਇਸ ਵਕਤ ਟੀਆਰ ਟੂ ਪੀਆਰ ਦੀ ਅਸੀਂ ਗੱਲ ਕਰ ਲਿਆ ਕਈਆਂ ਨੂੰ ਦੇਖਣ ਦੇ ਆਇਆ ਕਿ ਕਈਆਂ ਨੇ ਇਹ ਸਵਾਲ ਚੁੱਕੇ ਨੇ ਕਿ ਜਦੋਂ ਸਰਕਾਰ ਨੇ ਪਹਿਲਾਂ ਹੀ ਕਿਹਾ ਸੀਗਾ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਇਹਦੇ ਵਿੱਚ ਜਿਹੜੀਆਂ ਨੇ ਫੁੱਲੀ ਕੰਪਲੀਟਡ ਜਿਹੜੀਆਂ ਫਾਈਲਸ ਹੋਣਗੀਆਂ ਉਹੀ ਲਗਾਈਆਂ ਜਾਣ, ਦੂਜੀਆਂ ਫਾਈਲਸ ਨੂੰ ਐਕਸੈਪਟ ਨਹੀਂ ਕੀਤਾ ਜਾਏਗਾ, ਉਹ ਰੱਦ ਕਰ ਦਿੱਤੀਆਂ ਜਾਣਗੀਆਂ। ਮੋਸਟਲੀ ਕਈਆਂ ਨੇ ਆਪਣੀਆਂ ਫਾਈਲਸ ਲਗਾਈਆਂ ਵੀ ਨੇ ਤਾਂ ਵੀ ਉਹਨਾਂ ਨੂੰ ਕਈਆਂ ਨੂੰ ਉਹਦੇ ਵਿੱਚ ਰਿਫਿਊਜ਼ਲ ਆ ਰਹੀ ਹੈ, ਇਹਦਾ ਕੀ ਰੀਜ਼ਨ ਹੈ? ਇਹਦੇ ਵਿੱਚ ਏਦਾਂ ਸੀਗਾ ਜੀ ਕਿਉਂਕਿ ਇਹਦੇ ਵਿੱਚ 2 ਤਰ੍ਹਾਂ ਦਾ ਉਹਨਾਂ ਨੇ ਕਿਹਾ ਸੀਗਾ। ਇੱਕ ਸੀਗਾ ਐਲੀਜੀਬਿਲਟੀ, ਆਮ ਜਦੋਂ ਵੀ ਏਦਾਂ ਦੇ ਪ੍ਰੋਗਰਾਮ ਹੁੰਦੇ ਆ ਉਹਦੇ 'ਚ ਇੱਕ ਐਲੀਜੀਬਿਲਟੀ ਰੱਖੀ ਜਾਂਦੀ ਆ, ਇੱਕ ਰੱਖੀ ਜਾਂਦੀ ਆ ਐਡਮਿਸਿਬਿਲਟੀ ਜੀ। ਐਲੀਜੀਬਿਲਟੀ ਉਹ ਚੀਜ਼ ਹੁੰਦੀ ਆ ਵੀ ਉਹ ਜਿਹੜੇ ਪ੍ਰੋਗਰਾਮ ਦੀ ਵੀ ਕ੍ਰਾਈਟੇਰੀਆ ਮੀਟ ਕਰਨ ਦਾ, ਜਿਵੇਂ ਇਹਨਾਂ ਪ੍ਰੋਗਰਾਮਸ ਦੇ ਵਿੱਚ ਇਹ ਰੱਖਿਆ ਗਿਆ ਸੀਗਾ ਵੀ ਤੁਹਾਡਾ ਤੁਸੀਂ ਜਿਹੜਾ ਜਿਵੇਂ ਇੰਟਰਨੈਸ਼ਨਲ ਸਟੂਡੈਂਟ ਵੀ ਤੁਸੀਂ ਆਪਦੀ ਐਜੂਕੇਸ਼ਨ ਕੀਤੀ ਹੋਵੇ, ਤੁਸੀਂ ਕੰਮ ਕਰਦੇ ਹੋਵੋ, ਤੁਹਾਡਾ ਆਈਲੈਟਸ ਸਕੋਰ ਹੋਵੇ, ਉਹ ਜਿਹੜਾ ਐਲੀਜੀਬਿਲਟੀ ਕ੍ਰਾਈਟੇਰੀਆ ਸੀਗਾ ਜਿਹੜਾ ਤਾਂ ਉਹ ਮੀਟ ਕਰਦੇ ਸੀ ਬੇਸਿਕ ਤੇ ਉਹਨਾਂ ਦੀਆਂ ਫਾਈਲਸ ਨੂੰ ਰੱਖਿਆ ਜਾ ਰਿਹਾ ਹੈਗਾ। ਪਰ ਕਈ ਏਦਾਂ ਦੀਆਂ ਫਾਈਲਸ ਸੀਗੀਆਂ ਵੀ ਜਿਹਨਾਂ ਨੇ ਇਨਕੰਪਲੀਟ ਸੀ, ਕਿਸੇ ਕੋਲ ਆਈਲੈਟਸ ਨਹੀਂ ਸੀ, ਫਿਰ ਵੀ ਉਹਨਾਂ ਨੇ ਆਪਦੀ ਫਾਈਲ ਲਾ ਦਿੱਤੀ ਗਈ ਆ, ਉਹਨਾਂ ਨੂੰ ਇਨਕੰਪਲੀਟ ਫਾਈਲ ਕੰਸੀਡਰ ਕੀਤਾ ਗਿਆ ਹੈਗਾ। ਪਰ ਜੇ ਕਿਸੇ ਨੇ ਐਡਮਿਸਿਬਿਲਟੀ ਵਾਲਾ ਕ੍ਰਾਈਟੇਰੀਆ ਜਿਵੇਂ ਕਿਸੇ ਨੇ ਪੁਲਿਸ ਕਲੀਅਰੈਂਸ ਨਹੀਂ ਲਾਈ ਸੀਗੀ ਤੇ ਉਹਨਾਂ ਨੇ ਪਰ ਜੇ ਐਕਸਪਲੇਨੇਸ਼ਨ ਲੈਟਰ ਲਾਤੀ ਸੀਗੀ ਤਾਂ ਉਹਨਾਂ ਦੀਆਂ ਫਾਈਲਸ ਨੂੰ ਨਹੀਂ ਰਿਜੈਕਟ ਕੀਤਾ ਜਾ ਰਿਹਾ ਹੈਗਾ ਜੀ। ਜਿਹੜਾ 4 ਫੈਕਟਰ ਸੀ ਮੇਨ ਜਿਹੜੇ ਇਹਨਾਂ ਦੇ ਐਲੀਜੀਬਿਲਟੀ ਕ੍ਰਾਈਟੇਰੀਆ ਵਾਲੇ ਸੀ, ਜੇ ਤੁਸੀਂ ਉਹਨਾਂ ਨੂੰ ਨਹੀਂ ਮੀਟ ਕਰਦੇ ਹੈਗੇ ਹੋ ਤਾਂ ਤੁਹਾਡੀ ਫਾਈਲ ਨੂੰ ਰਿਜੈਕਟ ਕੀਤਾ ਜਾ ਰਿਹਾ ਹੈਗਾ ਜੀ। ਜੀ ਬਿਲਕੁਲ ਸਰ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਜਿਹੜੇ ਜੁੜ ਗਏ ਨੇ ਉਹਨਾਂ ਦਾ ਅਸੀਂ ਸਵਾਲ ਲੈ ਲਈਏ, ਫਿਰ ਅੱਗੇ ਆਪਾਂ ਟੌਪਿਕ ਦੇ ਉੱਤੇ ਆਉਂਦੇ ਹਾਂ ਕਿ ਜਿਹੜੇ ਘੱਟ ਬੈਂਡ ਵਾਲੇ ਨੇ ਉਹ ਕੈਨੇਡਾ ਕਿਵੇਂ ਆ ਸਕਦੇ ਨੇ। ਜੀ ਮੁਆਫੀ ਚਾਹਾਂਗੀ ਜੀ, ਸ਼ਾਇਦ ਫੋਨ ਡਿਸਕਨੈਕਟ ਹੋ ਗਿਆ, ਤੁਸੀਂ ਦੁਬਾਰਾ ਸਾਨੂੰ ਕਾਲ ਕਰ ਸਕਦੇ ਹੋ ਪ੍ਰੋਗਰਾਮ 'ਚ। ਜੀ ਸਰ, ਹੁਣ ਇਸ ਤੋਂ ਬਾਅਦ ਜਿਹੜਾ ਟੀਆਰ ਟੂ ਪੀਆਰ ਪ੍ਰੋਗਰਾਮ ਹੈ, ਇਸ ਤੋਂ ਬਾਅਦ ਨੈਕਸਟ ਪ੍ਰੋਗਰਾਮ ਦੇ ਵਿੱਚ ਆਵਾਂ ਤੇ ਜਿਹੜੇ ਘੱਟ ਬੈਂਡ ਵਾਲੇ ਨੇ ਇਸ ਵਕਤ ਆਇਲਸ ਜਿਨ੍ਹਾਂ ਦੀ ਜਿਹੜੀ ਆ ਸਕੋਰ ਬਹੁਤ ਘੱਟ ਹੈ ਤੇ ਕੈਨੇਡਾ ਵਿੱਚ ਆਉਣਾ ਚਾਹੁੰਦੇ ਨੇ, ਉਹਨਾਂ ਦੀ ਕੀ ਸਕੋਪ ਹੋ ਸਕਦਾ? ਗੱਲ ਕਰਾਂਗੇ। ਇੱਕ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਅਸੀਂ ਬ੍ਰੈਂਟਨ ਤੋਂ ਬੋਲਦੇ ਹਾਂ। ਬੇਟਾ ਅਸੀਂ ਨਾ ਸਾਡੀ ਬੇਟੀ ਕੋਲ ਸੁਪਰ ਵੀਜ਼ੇ ਤੇ ਆ ਤੇ ਸਾਡੀ ਪੀਆਰ ਪਈ ਨੂੰ ਪਿਛਲੇ ਸਾਲ ਮਤਲਬ ਕਿ 1 ਸਾਲ ਪੂਰਾ ਹੋ ਕੇ ਤੇ ਉਸ ਤੋਂ ਦੂਜੀ ਵਾਰ ਅਸੀਂ ਫੇਰ ਸਾਡੇ ਮਤਲਬ ਕਿ ਡਾਕੂਮੈਂਟਸ ਮੰਗਿਆ ਮੈਡੀਕਲ ਵਗੈਰਾ ਤੇ ਉਹ ਅਜੇ ਤੱਕ ਸਾਡੀ ਪੀਆਰ ਦਾ ਕੁਛ ਨਹੀਂ ਆਇਆ ਹੈਗਾ। ਉਹਦਾ ਕੀ ਸਕੋਪ ਹੋ ਸਕਦਾ? ਜੀ 1 ਮਿੰਟ ਲਈ ਹੋਲਡ ਕਰਿਓ। ਹਰਕਿਰਨ ਜੀ, ਤੁਹਾਨੂੰ ਸਵਾਲ ਸਮਝ ਆ ਗਿਆ? ਕੁਝ ਪੁੱਛਣਾ ਜਾਂ ਆਨਸਰ ਦਈਏ? ਹਾਂਜੀ, ਆਪਾਂ ਇਹਨਾਂ ਤੋਂ ਪੁੱਛਣਾ ਇਹਨਾਂ ਤੋਂ ਕਦੋਂ ਮੰਗੇ ਸੀਗੇ ਜੀ ਲਾਸਟ ਡਾਕੂਮੈਂਟਸ ਤੇ ਕੀ ਮੰਗੇ ਸੀਗੇ? ਲਾਸਟ ਡਾਕੂਮੈਂਟਸ ਮੈਮ ਤੁਹਾਡੇ ਤੋਂ ਕਦੋਂ ਮੰਗੇ ਸੀ ਤੇ ਕਿਹੜੇ ਡਾਕੂਮੈਂਟਸ ਮੰਗੇ ਸੀ? ਹਾਂਜੀ, ਲਾਸਟ ਸਭ ਤੋਂ ਮੰਗਿਆ ਸੀ ਇਹ ਸਭ ਤੋਂ ਮੈਡੀਕਲ ਮੰਗਿਆ। ਮੈਡੀਕਲ ਕਦੋਂ ਮੰਗਿਆ ਸੀ ਇਹ ਮੈਮ? ਉਹ ਜੀ 7 ਤੋਂ ਫਰਵਰੀ ਦੇ ਸਟਾਰਟਿੰਗ ਤੇ ਮੰਗਿਆ, ਫਸਟ ਵੀਕ।
ਫੈਬ ਦੀ ਕਿਉਂਕਿ ਪਹਿਲਾਂ 10ਵੀਂ ਕਲੀਅਰ ਲੱਗੀ ਹੋਈ ਸੀ ਪਿਛਲੇ ਸਾਲ ਵੀ। ਭਾਈ ਨਾ ਇਸ ਸਾਲ ਵੀ ਐਕਸਪਾਇਰ ਹੋ ਗਿਆ ਤੁਹਾਡਾ ਮੈਡੀਕਲ, ਤਾਂ ਉਹ ਦੁਬਾਰਾ ਦਿਓ ਜੀ। ਠੀਕ ਹੈ ਜੀ ਸਰ, ਇਸ ਸਾਲ ਮੈਡੀਕਲ ਦਿੱਤਾ ਆ ਫੈਬ ਦੇ ਵਿੱਚ, ਸਾਲ ਜਦੋਂ ਹੋ ਗਿਆ ਸੀ ਫਾਈਲ ਲੱਗੀ ਨੂੰ, ਉਸ ਤੋਂ ਬਾਅਦ ਦੁਬਾਰਾ ਦਿੱਤਾ ਆ ਫੈਬ ਦੇ ਵਿੱਚ। ਆਪਾਂ ਆਨਸਰ ਦੇਈਏ ਇਹਨਾਂ ਨੂੰ? ਹਾਂ ਜੀ, ਆਪਾਂ ਟੀਵੀ ਸਕਰੀਨ ਤੇ ਠੀਕ ਹੈ ਜੀ, ਤੁਸੀਂ ਟੀਵੀ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਥੈਂਕ ਯੂ ਤੁਹਾਡਾ ਜੀ ਸਰ। ਹਾਂਜੀ, ਇਹਦੇ ਵਿੱਚ ਇੱਕ ਇਹ ਸੀਗਾ ਜੀ, ਜਦੋਂ ਜਿਵੇਂ ਹੈਗਾ ਮੋਸਟ ਪ੍ਰੋਬਬਲੀ ਇਹਨਾਂ ਨੇ ਇਹੀ ਕੀਤਾ ਹੋਣਾ, ਜਦੋਂ ਕੈਨੇਡਾ ਦੇ ਵਿੱਚ ਸੀਗੇ, ਇਹਨਾਂ ਨੂੰ ਉਹਨਾਂ ਇਮੀਗ੍ਰੇਸ਼ਨ ਨੂੰ ਇੱਕ ਵਾਰ ਨੋਟੀਫਾਈ ਕਰਨਾ ਹੁੰਦਾ ਹੈਗਾ ਵੀ ਇਹਨਾਂ ਦੀ ਪ੍ਰੋਸੈਸਿੰਗ, ਜਿਵੇਂ ਇਹਨਾਂ ਨੇ ਦੱਸਿਆ ਵੀ ਸੁਪਰ ਵੀਜ਼ਾ ਤੇ ਅਸੀਂ ਕੈਨੇਡਾ ਤੇ ਆ, ਵੀ ਸਾਨੂੰ ਕੈਨੇਡਾ ਦੇ ਵਿੱਚ ਹੀ ਪ੍ਰੋਸੈਸਿੰਗ ਕੀਤੀ ਜਾਵੇ। ਕਿਉਂਕਿ ਮੋਸਟਲੀ ਏਦਾਂ ਹੁੰਦਾ ਸੀ, ਜਿਵੇਂ ਆਪਾਂ ਜਾਣਦੇ ਹੈਗੇ ਆ ਵੀ ਟਰੈਵਲ ਰਿਸਟ੍ਰਿਕਸ਼ਨਸ ਕਰਕੇ ਟਰੈਵਲ ਨਹੀਂ ਕਰ ਸਕਦੇ, ਤੇ ਕਈ ਕੰਟਰੀਜ਼ ਦੇ ਵਿੱਚ ਪ੍ਰੋਸੈਸਿੰਗ ਵੀ ਨਹੀਂ ਹੋ ਰਹੀ ਹੈਗੀ, ਕਿਉਂਕਿ ਜਿਵੇਂ ਇੰਡੀਆ ਦੇ ਵਿੱਚੋਂ ਪ੍ਰਾਇੋਰਟੀ ਬੇਸਿਸ ਤੇ ਪ੍ਰੋਸੈਸਿੰਗ ਹੋ ਰਹੀ ਆ, ਤੇ ਉਹਨਾਂ ਨੂੰ ਇਮੀਗ੍ਰੇਸ਼ਨ ਨੂੰ ਵੀ ਪਤਾ ਹੈਗਾ ਵੀ ਜੇ ਇੰਡੀਵਿਜੂਅਲ ਹਜੇ ਟਰੈਵਲ ਨਹੀਂ ਕਰ ਸਕਦੇ ਹੈਗੇ, ਤਾਂ ਉਹਨਾਂ ਐਪਲੀਕੇਸ਼ਨਸ ਤੇ ਪ੍ਰੋਸੈਸਿੰਗ ਉਹਨਾਂ ਨੇ ਪੌਜ਼ ਕੀਤਾ ਹੋਇਆ ਹੈਗਾ ਜੀ। ਜੇ ਤੁਸੀਂ ਮਤਲਬ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿਓ ਵੀ ਤੁਸੀਂ ਇਨਸਾਈਡ ਕੈਨੇਡਾ ਹੈਗੇ ਹੋ, ਤੇ ਇੱਥੋਂ ਤੁਹਾਡੀ ਪ੍ਰੋਸੈਸਿੰਗ ਵੈਬ ਫਾਰਮ ਤੇ ਇਹਨਾਂ ਨੇ ਕਰਨਾ ਹੈਗਾ ਜੀ, ਜਾਂ ਇਹਨਾਂ ਦੇ ਕੰਸਲਟੈਂਟ ਕਰ ਸਕਦੇ ਆ, ਵੈਬ ਫਾਰਮ ਤੇ ਉਹਨਾਂ ਨੂੰ ਆਪਦਾ ਐਡਰੈਸ ਅਪਡੇਟ ਕਰ ਦੇਣ ਵੀ ਅਸੀਂ ਇਨਸਾਈਡ ਕੈਨੇਡਾ, ਅਸੀਂ ਇੱਥੋਂ ਹੀ ਚਾਹੁੰਦੇ ਹਾਂ ਪ੍ਰੋਸੈਸ। ਉਹਨਾਂ ਨੇ ਮੈਡੀਕਲ ਮੰਗਿਆ, ਕੈਨੇਡਾ ਤੋਂ ਹੀ ਮੈਡੀਕਲ ਕਰਾ ਕੇ ਦੁਬਾਰਾ ਭੇਜ ਦੇਣ, ਤਾਂ ਇਹਨਾਂ ਦੀ ਪ੍ਰੋਸੈਸਿੰਗ ਤੇ ਫਰਕ ਪੈ ਸਕਦਾ ਹੈਗਾ, ਤੇ ਇਹਨਾਂ ਦਾ ਜਿਹੜਾ ਪ੍ਰੋਸੈਸਿੰਗ ਫਾਸਟ ਹੋਊਗੀ, ਕਿਉਂਕਿ ਇਨਸਾਈਡ ਕੈਨੇਡਾ ਹੈਗੇ ਜੀ। ਬਿਲਕੁਲ ਸਰ, ਆਪਾਂ ਹੁਣ ਨੈਕਸਟ ਟੌਪਿਕ ਦੇ ਉੱਤੇ ਆਈਏ। ਆਇਲਸ ਦੇ ਵਿੱਚ ਜਿਨ੍ਹਾਂ ਦੇ ਆਊਟਸਾਈਡ ਕੈਨੇਡਾ ਨੇ, ਆਇਲਸ ਦੇ ਵਿੱਚ ਸਕੋਰ ਘੱਟ ਨੇ, ਬੈਂਡ ਘੱਟ ਨੇ, ਅਜਿਹੇ ਵਿੱਚ ਕੈਨੇਡਾ ਦੇ ਵਿੱਚ ਆਉਣ ਦਾ ਕੀ ਸਕੋਪ ਹੈਗਾ? ਕੀ ਕਿਸੇ ਤਰੀਕੇ ਨਾਲ ਉਹ ਕੈਨੇਡਾ ਆ ਸਕਦੇ ਨੇ? ਹਾਂਜੀ, ਬਿਲਕੁਲ ਜੀ। ਜਿਹੜੇ ਵੀ ਇਦਾਂ ਦੇ ਬਹੁਤ ਇੰਡੀਵਿਜੂਅਲਸ ਹੈਗੇ ਆ ਜਿਨ੍ਹਾਂ ਕੋਲ ਬਾਕੀ ਹਰ ਤਰ੍ਹਾਂ ਦਾ ਕ੍ਰਾਈਟੇਰੀਆ ਉਹ ਕਰਦੇ ਹੁੰਦੇ ਆ, ਪਰ ਆਈਲੈਟਸ ਕਰਕੇ ਜਾਂ ਇੰਗਲਿਸ਼ ਐਗਜ਼ਾਮ ਕਰਕੇ ਉਹਨਾਂ ਦਾ ਚਾਂਸ ਰਹਿ ਜਾਂਦਾ ਹੈਗਾ ਕੈਨੇਡਾ ਆਉਣ ਦਾ। ਤੇ ਇਦਾਂ ਦੇ ਕਈ ਮੈਂ ਦੱਸਣਾ ਚਾਹੁੰਦਾ, ਉਹਨਾਂ ਕੋਲ ਕਈ ਇਦਾਂ ਦੇ ਕੈਟਾਗਰੀਜ਼ ਹੈਗੇ ਆ ਜਿਨ੍ਹਾਂ ਦੇ ਥਰੂ ਉਹ ਪਰਮਾਨੈਂਟ ਆ ਸਕਦੇ ਹੈਗੇ ਆ ਜੀ। ਜਿਵੇਂ ਇਹਦੇ ਵਿੱਚ ਆਪਾਂ ਐਗਜ਼ਾਮਪਲ ਲੈਂਦੇ ਆ, ਜੇ ਕਿਸੇ ਦਾ ਅੱਗੇ ਜਿਵੇਂ ਸੀਗਾ, ਹੁਣ ਜੇ ਕਿਸੇ ਦਾ ਉੱਥੇ ਬਿਊਟੀ ਪਾਰਲਰ ਹੈਗਾ, ਜਾਂ ਜੇ ਕਿਸੇ ਦਾ ਉੱਥੇ ਬੁਟੀਕ ਹੈ, ਤਾਂ ਉਹਨਾਂ ਕੋਲ ਜੇ 2 ਤੋਂ 3 ਸਾਲ ਦਾ ਐਕਸਪੀਰੀਅੰਸ ਹੈਗਾ, ਤੇ ਉਹਦੇ ਬੇਸਿਸ ਤੇ ਉਹ ਕੈਨੇਡਾ ਆ ਸਕਦੇ ਹੈਗੇ ਆ ਜੀ। ਤੇ ਉਹਦੇ ਵਾਸਤੇ ਉਹਨਾਂ ਨੂੰ ਆਈਲੈਟਸ ਦਾ ਜਿਹੜਾ ਸਕੋਰ ਹੈਗਾ ਉਹ ਬਿਲਕੁਲ ਬੇਸਿਕ ਚਾਹੀਦਾ ਹੈਗਾ, ਉਹਨਾਂ ਨੂੰ CLP 5 ਚਾਹੀਦੀ ਹੈ, ਜੋ ਕਿ ਆਈਲੈਟਸ ਦਾ 4 ਬਣ ਜਾਂਦਾ ਹੈਗਾ ਜੀ। ਇਸ ਤੋਂ ਬਿਨਾਂ ਜਿਹੜੇ ਹੈਗੇ ਆ ਕਈ ਪ੍ਰੋਫੈਸ਼ਨਲਸ ਹੁੰਦੇ ਆ ਜੀ, ਕੋਈ ਪ੍ਰੋਫੈਸ਼ਨਲ ਸਪੋਰਟਸਮੈਨ ਹੈਗੇ ਆ ਜੀ, ਜਾਂ ਪ੍ਰੋਫੈਸ਼ਨ ਕੋਈ ਵੀ ਕਲਚਰ ਨਾਲ ਜਿਨ੍ਹਾਂ ਦੇ ਇੰਡੀਵਿਜੂਅਲ ਦੀ ਕੋਈ ਪਰਫਾਰਮੈਂਸ ਵਗੈਰਾ ਇਦਾਂ ਦੀਆਂ ਹੁੰਦੀਆਂ ਹੈਗੀਆਂ ਜੀ, ਤੇ ਉਹਨਾਂ ਨੂੰ ਇੰਗਲਿਸ਼ ਦੀ ਬਿਲਕੁਲ ਬੇਸਿਕ ਰਿਕੁਆਇਰਮੈਂਟ ਹੁੰਦੀ ਆ, ਉਹਦੇ ਬੇਸਿਸ ਤੇ ਵੀ ਇਹ ਕੈਨੇਡਾ ਆ ਸਕਦੇ ਹੈਗੇ ਆ ਜੀ। ਇਹਦੇ ਬਾਰੇ ਹਰ ਕਿਸੇ ਇੰਡੀਵਿਜੂਅਲ ਦੀ ਦੇਖਣੀ ਪੈਂਦੀ ਹੈ। ਇਸ ਤੋਂ ਬਿਨਾਂ ਕਈ ਤਰ੍ਹਾਂ ਦੇ ਬਿਜ਼ਨਸ ਕਲਾਸ ਪ੍ਰੋਗਰਾਮ ਵੀ ਆ ਜਾਂਦੇ ਆ। ਆਮ ਤੌਰ ਤੇ ਬਿਜ਼ਨਸ ਕਲਾਸ ਪ੍ਰੋਗਰਾਮ ਦੇ ਵਿੱਚ ਇੰਗਲਿਸ਼ ਦੀ ਰਿਕੁਆਇਰਮੈਂਟ ਬਹੁਤ ਘੱਟ ਰੱਖੀ ਗਈ ਹੁੰਦੀ ਹੈਗੀ ਆ, ਕਿਉਂਕਿ ਉਹਦੇ ਵਿੱਚ ਇਹ ਹੁੰਦਾ ਹੈਗਾ, ਆਮ ਦੇਖਿਆ ਜਾਂਦਾ ਹੈਗਾ ਵੀ ਜਿਹੜੇ ਇੰਡੀਵਿਜੂਅਲਸ ਹੈਗੇ ਆ ਜੀ, ਉਹਨਾਂ ਕੋਲ ਐਕਸਪੀਰੀਅੰਸ ਹੈਗਾ, ਉਹਨਾਂ ਦੀ ਏਜ ਇੰਨੀ ਹੈਗੀ ਆ, ਤਾਂ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਆਪਣੇ ਐਗਜ਼ਾਮ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਹੁੰਦੀ ਹੈਗੀ। ਤੇ ਇਸ ਤੋਂ ਬਿਨਾਂ ਕਈ ਪ੍ਰੋਵਿੰਸਿਸ ਦੇ ਇਦਾਂ ਦੇ ਪ੍ਰੋਗਰਾਮ ਹੈਗੇ ਆ ਵੀ ਉਹ ਤੁਹਾਨੂੰ ਵਰਕ ਪਰਮਿਟ ਇਸ਼ੂ ਕੀਤਾ ਜਾਂਦਾ ਹੈਗਾ ਜੀ, ਇਨਵੈਸਟਮੈਂਟ ਦੇ ਤੌਰ ਤੇ। ਉਹਦੇ ਵਿੱਚ ਤੁਸੀਂ ਇੱਥੇ ਆ ਸਕਦੇ ਹੋ, ਪਰ ਉਹ ਜਦੋਂ ਤੁਸੀਂ ਪਰਮਾਨੈਂਟ ਦੀ, ਉਦੋਂ ਤੁਸੀਂ ਆਈਲੈਟਸ ਤੋਂ ਬਿਨਾਂ ਕੈਨੇਡਾ ਆ ਸਕਦੇ ਹੋ, ਪਰ ਜਦੋਂ ਤੁਸੀਂ ਪਰਮਾਨੈਂਟ ਇਮੀਗ੍ਰੇਸ਼ਨ ਲੈਣੀ ਆ, ਉਦੋਂ ਤੁਹਾਨੂੰ ਆਈਲੈਟਸ ਦੇਣਾ ਪੈਂਦਾ ਹੈਗਾ ਜੀ, ਜਿਹਨੂੰ ਕਿ ਮਤਲਬ ਕਹਿਣ ਦਾ ਮਤਲਬ ਹੈ 1 ਤੋਂ 1.5 ਸਾਲ ਦਾ ਟਾਈਮ ਤੁਹਾਨੂੰ ਮਿਲ ਜਾਂਦਾ ਹੈਗਾ, ਤੁਸੀਂ ਕੈਨੇਡਾ ਆ ਕੇ ਉਸ ਤੋਂ ਬਾਅਦ ਵੀ ਆਈਲੈਟਸ ਦੇ ਸਕਦੇ ਹੋ। ਤੇ ਇਸ ਤੋਂ ਬਿਨਾਂ ਕਈ ਪ੍ਰੋਗਰਾਮਸ ਇਦਾਂ ਹੈਗੇ ਆ, ਜਿਵੇਂ ਹੁਣ ਨੈਨੀ ਦਾ ਪ੍ਰੋਗਰਾਮ ਹੈਗਾ ਜੀ, ਇਹਦੇ ਵਿੱਚ ਵੀ ਇੰਗਲਿਸ਼ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਆ ਉਹ ਕਾਫੀ ਘੱਟ ਹੈਗੀ ਕੰਪੈਰੇਟਿਵਲੀ ਟੂ ਬਾਕੀਆਂ ਨਾਲੋਂ। ਤੇ ਉਸ ਤੋਂ ਬਿਨਾਂ ਕਈ ਹੋਰ ਪ੍ਰੋਵਿੰਸਿਸ ਦੇ ਪ੍ਰੋਗਰਾਮ ਹੈਗੇ ਆ ਜੀ, ਜਿਵੇਂ ਨੋਵਾ ਸਕੋਸ਼ੀਆ ਦਾ ਅੱਗੇ ਪ੍ਰੋਗਰਾਮ ਸੀਗਾ, ਉਹਦੇ ਵਿੱਚ ਇਹਨਾਂ ਨੇ ਇੰਗਲਿਸ਼ ਦੀ ਰਿਕੁਆਇਰਮੈਂਟ ਬਹੁਤ ਘੱਟ ਰੱਖੀ ਹੋਈ ਆ। ਜੇ ਕੋਈ ਇੰਡੀਵਿਜੂਅਲ ਇਦਾਂ ਹੈਗਾ ਜਿਨ੍ਹਾਂ ਨੂੰ ਲੱਗਦਾ ਹੈਗਾ ਵੀ ਉਹਨਾਂ ਦਾ ਇੰਗਲਿਸ਼ ਇੰਨਾ ਚੰਗਾ ਨਹੀਂ ਹੈਗਾ, ਉਹ ਸਾਡੇ ਕਿਸੇ ਵੀ ਲੋਕੇਸ਼ਨ ਦੇ ਵਿੱਚ ਕਿਸੇ ਵੀ ਆਫਿਸ 'ਚ ਕੰਟੈਕਟ ਕਰ ਲੈਣ, ਤੇ ਅਸੀਂ ਉਹਨਾਂ ਦੀ ਪ੍ਰੋਫਾਈਲ ਦੇ ਗੋ ਥਰੂ ਹੋ ਕੇ ਉਹਨਾਂ ਨੂੰ ਸੁਜੈਸਟ ਕਰ ਸਕਦੇ ਹੈਗੇ ਆ ਵੀ ਕਿਹੜੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਅਪਲਾਈ ਕਰਨਾ ਚਾਹੀਦਾ ਹੈਗਾ। ਜੀ ਬਿਲਕੁਲ। ਹਰਕਿਰਨ ਜੀ, ਜਿਵੇਂ ਤੁਸੀਂ ਇੰਗਲਿਸ਼ ਸਕੋਰ ਦੀ ਗੱਲ ਕੀਤੀ ਆ, ਹੁਣ ਜੇ ਕੱਲ ਨੂੰ ਬਾਰਡਰਸ ਓਪਨ ਹੁੰਦੇ ਆ ਤਾਂ ਜਿਹੜੇ CEC ਦੇ ਜਿਹੜੇ ਸਕੋਰਸ ਸੀਗੇ ਇੰਨੇ ਜ਼ਿਆਦਾ ਨੀਚੇ ਤੱਕ ਗਏ ਨੇ, 380 ਤੱਕ ਮੇਰੇ ਖਿਆਲ ਦੇ ਵਿੱਚ ਲਾਸਟ ਡਰਾ ਗਿਆ ਸੀ, ਸੋ 75 ਤੱਕ ਵੀ ਡਰਾ ਜਾ ਕੇ ਗਿਆ, ਤੇ ਇਸ ਤੋਂ ਬਾਅਦ ਪੋਸੀਬਿਲਿਟੀ ਆ ਕਿ ਅੱਗੇ ਵਧੂਗਾ ਹੀ ਤੇ ਸਕੋਰਸ ਜਿਹੜੇ ਆ ਹਾਈ ਜਾਣਗੇ।
ਮੋਸਟਲੀ ਜਦੋਂ ਪੀਆਰ ਦੀਆਂ ਐਪਲੀਕੇਸ਼ਨਸ ਲਗਾਉਣੀਆਂ 778 ਦੀ ਮਿਨੀਮਮ ਰਿਕੁਆਇਰਮੈਂਟ ਹੋ ਜਾਂਦੀ ਹੈ ਤੇ ਇੰਨੇ ਤੱਕ ਅਚੀਵ ਕਰਨਾ ਵੀ ਬਹੁਤ ਮੁਸ਼ਕਿਲ ਹੁੰਦਾ ਆ। ਮੈਂ ਇਹ ਸਵਾਲ ਆਪਣਾ ਕੰਟੀਨਿਊ ਕਰੂੰਗੀ, ਪਹਿਲਾਂ ਇੱਕ ਦਰਸ਼ਕ ਜੁੜ ਗਏ ਨੇ, ਉਹਨਾਂ ਦਾ ਸਵਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਅਸੀਂ ਐਡਮਿੰਟਨ ਤੋਂ ਬੋਲ ਰਹੇ ਹਾਂ। ਸਾਡਾ ਜਿਹੜਾ ਸਟੇਟਸ ਹੈ ਇੱਥੋਂ ਦਾ ਇੱਕ ਐਡਮਿੰਟਨ ਦਾ ਹੈ ਪ੍ਰੈਜ਼ੈਂਟਲੀ ਜੀ, ਤੇ ਸਾਡੀ 19 ਚ ਪੀਆਰ ਦੀ ਫਾਈਲ ਲੱਗੀ ਸੀ ਪੇਰੈਂਟਸ ਦੀ ਜੀ, ਮੈਡੀਕਲ ਵੀ ਹੋ ਗਿਆ ਸੀਗਾ ਤੇ ਦਿਨ ਐਕਸਪਾਇਰ ਹੋ ਗਿਆ, ਦੁਬਾਰਾ ਹੁਣ ਮਾਰਚ ਚ ਹੋਇਆ ਤੇ ਫਾਈਲ ਦਿੱਲੀ ਚਲੀ ਗਈ ਸੀ, ਅਜੇ ਤੱਕ ਸਾਨੂੰ ਕੋਈ ਇੰਟੀਮੇਸ਼ਨ ਨਹੀਂ ਆਈ। ਕਿੰਨਾ ਟਾਈਮ ਲੱਗ ਜਾਊਗਾ ਜੀ? 1 ਮਿੰਟ ਲਈ ਹੋਲਡ ਕਰਿਓ। ਹਰਕਿਰਨ ਜੀ ਕੋਈ ਸਵਾਲ ਪੁੱਛਣਾ ਜਾਂ ਆਪਾਂ ਆਨਸਰ ਦਈਏ? ਨਹੀਂ, ਆਪਾਂ ਆਨਸਰ ਦੇ ਦਿੰਦੇ ਹਾਂ ਜੀ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ, ਸ਼ੁਕਰੀਆ ਕਾਲ ਕਰਨ ਲਈ। ਹਾਂਜੀ, ਜਿਵੇਂ ਆਪਾਂ ਪਹਿਲਾਂ ਇੱਕ ਸਰੋਤਿਆਂ ਨੂੰ ਦਿੱਤਾ ਹੈਗਾ ਜੀ ਆਨਸਰ, ਸਭ ਤੋਂ ਪਹਿਲਾਂ ਤਾਂ ਇਹ ਆਪਦਾ ਉਹਨਾਂ ਨੂੰ ਵੈਬ ਫਾਰਮ ਪਾ ਕੇ ਆਪਦਾ ਐਡਰੈਸ ਅਪਡੇਟ ਕਰ ਦੇਣ ਵੀ ਅਸੀਂ ਇਨਸਾਈਡ ਕੈਨੇਡਾ ਤੇ ਅਸੀਂ ਚਾਹੁੰਦੇ ਹਾਂ ਜੀ ਪ੍ਰੋਸੈਸ ਇੱਥੋਂ ਹੋ ਜੇ। ਤੇ ਦੂਸਰਾ, ਜਿਵੇਂ ਮੈਂ ਦੱਸਿਆ ਵੀ ਇਹਨਾਂ ਨੂੰ ਜੇ ਕੋਈ ਮੈਡੀਕਲ ਵਗੈਰਾ ਦੀ ਰਿਕੁਐਸਟ ਆਉਂਦੀ ਆ ਤਾਂ ਉਹ ਰਿਕੁਐਸਟ ਇੱਥੋਂ ਹੀ ਮੈਡੀਕਲ ਕਰਵਾ ਕੇ ਭੇਜ ਦੇਣ, ਕਿਉਂਕਿ ਜਿਵੇਂ ਆਲਰੇਡੀ ਆਪਾਂ ਦੱਸਿਆ ਹੈਗਾ ਪ੍ਰੋਸੈਸਿੰਗ ਸਲੋ ਚੱਲ ਰਹੀ ਹੈ ਇੰਡੀਆ ਦੇ ਆਫਿਸ ਦੇ ਵਿੱਚ, ਤੇ ਜੇ ਇਹਨਾਂ ਦੀ ਪ੍ਰੋਸੈਸਿੰਗ ਇੱਥੋਂ ਹੋ ਜੂਗੀ ਤਾਂ ਉਹਦੇ ਕਰਕੇ ਇਹਨਾਂ ਦਾ ਫਰਕ ਪਊਗਾ। ਤੇ ਪਰ ਕਿਉਂਕਿ ਇੰਡੀਆ ਦੇ ਵਿੱਚ ਵੀ ਹਜੇ 3-4 ਮਹੀਨੇ ਲੱਗ ਜਾਣਗੇ ਫਰਦਰ ਇਹਨਾਂ ਨੂੰ ਕੋਈ ਵੀ ਅਗਲੀ ਕੋਰਸਪੋਂਡੈਂਸ ਆਉਣ ਨੂੰ। ਜੀ, ਮੈਂ ਆਪਣੇ ਵਾਪਸ ਟੌਪਿਕ ਦੇ ਉੱਤੇ ਆਵਾਂ। ਗੱਲਬਾਤ ਕਰ ਰਹੀ ਸੀ ਕਿ ਇਸ ਵਕਤ ਇਹ ਪੋਸੀਬਿਲਿਟੀ ਹੈਗੀ ਹੈ ਜਦੋਂ ਬਾਰਡਰ ਓਪਨ ਹੋ ਜਾਂਦੇ ਆ ਕਿ ਜਿਹੜਾ ਫੈਡਰਲ ਐਕਸਪ੍ਰੈਸ ਐਂਟਰੀ ਦਾ ਜਿਹੜਾ ਸਕੋਰ ਹੈ ਹੋਰ ਜ਼ਿਆਦਾ ਉੱਪਰ ਜਾਏਗਾ। ਸੋ ਕਈ ਪ੍ਰੋਵਿੰਸਸ ਨੇ, ਜਿਵੇਂ ਅਸੀਂ BC ਦੀ ਗੱਲ ਕਰ ਲਈ, ਓਨਟਾਰੀਓ ਦੀ ਗੱਲ ਕਰ ਲਈ, ਇੱਥੇ ਐਪਲੀਕੇਸ਼ਨਸ ਲਗਾਉਣਾ ਸਟੂਡੈਂਟਸ ਲਈ ਖਾਸ ਤੌਰ ਤੇ ਬਹੁਤ ਮੁਸ਼ਕਿਲ ਹੋ ਜਾਂਦਾ। ਪੀਆਰ ਦੀਆਂ ਸਕੋਰਸ ਇੰਨਾ ਜ਼ਿਆਦਾ ਉੱਪਰ ਤੱਕ ਪਹੁੰਚ ਜਾਂਦੇ ਨੇ। ਸੋ ਜਿਹੇ ਵਿੱਚ ਕੀ ਇਹ ਜੀ ਕੋਈ ਪ੍ਰੋਵਿੰਸ ਵਿੱਚ ਚੂਜ਼ ਕੀਤੀ ਜਾ ਸਕਦੀ ਹੈ ਸ਼ੁਰੂਆਤ ਤੋਂ ਹੀ ਜਿੱਥੇ ਕਿ ਪੀਆਰ ਦੀਆਂ ਐਪਲੀਕੇਸ਼ਨਸ ਲਗਾਉਣੀਆਂ ਸੌਖੀਆਂ ਹੋਣ? ਬਿਲਕੁਲ ਜੀ, ਜਿਵੇਂ ਆਪਾਂ ਜਾਣਦੇ ਹੈਗੇ ਆ ਵੀ ਟਰੈਵਲ ਰਿਸਟ੍ਰਿਕਸ਼ਨਸ ਕਰਕੇ 18 ਮਾਰਚ 2020 ਤੋਂ ਬਾਅਦ ਜਿਨ੍ਹਾਂ ਨੂੰ ਕਨਫਰਮੇਸ਼ਨ ਆਫ ਪਰਮਾਨੈਂਟ ਰੈਜ਼ੀਡੈਂਸੀ ਮਿਲਿਆ ਸੀ, ਜਿਹਦੇ ਚ ਵੀ ਸਕਿਲਡ ਵਰਕਰ, ਕਾਫੀ ਸਕਿਲਡ ਵਰਕਰ ਸੀ, ਉਹਨਾਂ ਕੋਲ ਪਰਮਾਨੈਂਟ ਰੈਜ਼ੀਡੈਂਸੀ ਤਾਂ ਹੈਗੀ ਆ ਪਰ ਉਹ ਕੈਨੇਡਾ ਦੇ ਵਿੱਚ ਲੈਂਡ ਨਹੀਂ ਕਰ ਸਕੇ ਸੀਗੇ ਜੀ। ਤੇ ਉਹਦੇ ਕਰਕੇ ਕੈਨੇਡਾ ਨੇ ਇਮੀਗ੍ਰੇਸ਼ਨ ਨੇ ਇਹ ਕੀਤਾ ਸੀਗਾ ਵੀ ਜਿਹੜੇ ਵੀ ਇਨਸਾਈਡ ਕੈਨੇਡਾ ਹੈਗੇ ਆ ਸਟੂਡੈਂਟਸ ਹੈਗੇ ਆ ਜਿਨ੍ਹਾਂ ਕੋਲ ਆਲਰੇਡੀ ਐਕਸਪੀਰੀਅੰਸ ਹੈਗਾ, ਉਹਨਾਂ ਨੂੰ ਚਾਂਸ ਦਿੱਤਾ ਜਾਵੇ ਵੀ ਜਿਹੜਾ ਵੀ ਇਹਨਾਂ ਦਾ ਇਮੀਗ੍ਰੇਸ਼ਨ ਦਾ ਟਾਰਗੇਟ ਹੈਗਾ ਉਹ ਅਚੀਵ ਕੀਤਾ ਜਾ ਸਕੇ। ਪਰ ਜਿਵੇਂ ਹੁਣ ਆਪਾਂ ਦੇਖਦੇ ਹਾਂ ਵੀ ਬਾਰਡਰ ਜਿਹੜੇ ਹੈਗੇ ਆਪਾਂ ਨੂੰ ਲੱਗਦਾ ਹੈਗਾ ਆਉਣ ਦੇ ਟਾਈਮ ਦੇ ਵਿੱਚ ਖੁੱਲ ਜਾਣਗੇ, ਤਾਂ ਜਿਵੇਂ ਹੁਣ ਛੇਤੀ 1-2 ਦਿਨਾਂ ਦੇ ਵਿੱਚ ਆ ਸਕਦੀ ਹੈਗੀ ਆ ਅਮਰੀਕਾ ਨਾਲ 21 ਤੱਕ ਹੋ ਸਕਦਾ ਚਾਂਸਿਸ ਆਪਾਂ ਨੂੰ 1-2 ਦਿਨ ਚ ਨਿਊਜ਼ ਮਿਲੇ ਵੀ ਅਮਰੀਕਾ ਨਾਲ ਟਰੈਵਲ ਰਿਸਟ੍ਰਿਕਸ਼ਨਸ ਕਾਫੀ ਹੋਣਗੀਆਂ। ਤਾਂ ਇਦਾਂ ਦੇ ਜਦੋਂ ਵੀ ਇਦਾਂ ਦਾ ਹੁੰਦਾ ਹੈਗਾ ਫਿਰ ਕੈਨੇਡੀਅਨ ਗਵਰਨਮੈਂਟ ਬਾਹਰਲੇ ਇੰਡੀਵਿਜੂਅਲ ਜੋ ਕਿ ਇੰਨੀ ਦੇਰ ਤੋਂ ਵੇਟ ਕਰ ਰਹੇ ਆ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਊਗਾ, ਉਹਨਾਂ ਦੇ ਡਰਾ ਵੀ ਕੱਢੇ ਜਾਣਗੇ। ਤੇ ਜਦੋਂ ਪੂਲ ਦੇ ਵਿੱਚ ਜਿਹੜੇ ਹੈਗੇ ਆ ਸਕਿਲਡ ਵਰਕਰ ਦੇ ਡਰਾ ਕੱਢੇ ਜਾਣਗੇ ਤਾਂ ਡੈਫੀਨੇਟਲੀ ਸਕੋਰ ਕਾਫੀ ਹਾਇਰ ਜਾਊਗਾ ਕੰਪੈਰੇਟਿਵਲੀ ਜਿਹੜੇ ਪਹਿਲਾਂ 368 ਜਾਂ 75 ਆਏ ਆ। ਤੇ ਇਹਦੇ ਵਿੱਚ ਜਿਹੜੇ ਸਟੂਡੈਂਟ ਇਹ ਆਮ ਤੌਰ ਤੇ ਵੀ ਇਹ ਮੈਂ ਅੱਗੇ ਵੀ ਕਹਿਣਾ ਹੁੰਦਾ, ਜਿਹੜੇ ਸਟੂਡੈਂਟਸ ਜਦੋਂ ਵੀ ਕੈਨੇਡਾ ਗ੍ਰੇਡ 12 ਕਰਕੇ ਖਾਸ ਕਰਕੇ ਆਉਂਦੇ ਹੈਗੇ ਆ ਉਹਨਾਂ ਨੂੰ ਪਹਿਲਾਂ ਤੋਂ ਹੀ ਪਲਾਨ ਕਰਨਾ ਚਾਹੀਦਾ ਹੈਗਾ ਵੀ ਉਹ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਇਮੀਗ੍ਰੇਸ਼ਨ ਲੈ ਸਕਦੇ ਆ, ਕਿਉਂਕਿ ਇੱਥੇ ਆ ਕੇ ਫਿਰ ਉਹ ਸਟੂਡੈਂਟਸ ਨੂੰ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈਗੀ ਆ। ਤੇ ਇਹਦੇ ਵਿੱਚ ਅੱਗੇ ਵੀ 1-2 ਪ੍ਰੋਗਰਾਮ ਤੇ ਮੈਂ ਦੱਸਿਆ ਵੀ ਇਹਦੇ ਵਿੱਚ ਮੇਨ ਰੀਜ਼ਨ ਕੀ ਆ। ਮੇਨ ਰੀਜ਼ਨ ਇਹਦੇ ਵਿੱਚ ਹੈਗਾ, ਮੇਨ ਰੀਜ਼ਨ ਇਹ ਹੁੰਦਾ ਵੀ ਸਟੂਡੈਂਟਸ ਨੂੰ ਇੱਥੇ ਆ ਕੇ ਜਦੋਂ ਇੰਡੀਆ ਦੇ ਵਿੱਚ ਜਿਹੜੇ ਵੀ ਏਜੰਟ ਜਾਂ ਕੰਸਲਟੈਂਟ ਹੁੰਦੇ ਹੈਗੇ ਆ ਉਹਨਾਂ ਨੂੰ ਐਜੂਕੇਸ਼ਨ ਦਾ ਪਤਾ ਹੁੰਦਾ, ਕਾਲਜ ਦਾ ਪਤਾ ਹੁੰਦਾ, ਪਰ ਉਹਨਾਂ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਦਾ ਨਹੀਂ ਪਤਾ ਹੁੰਦਾ ਹੈਗਾ ਜੀ। ਤਾਂ ਉਹ ਜਿਹੜਾ ਸਿਰਫ ਪਹਿਲਾ ਸਟੈਪ ਉਹ ਕਲੀਅਰ ਕਰ ਦਿੰਦੇ ਆ ਵੀ ਤੁਹਾਨੂੰ ਕੈਨੇਡਾ ਭੇਜ ਦਿੰਦੇ ਹੈਗੇ ਆ ਜੀ। ਤੇ ਉਹ ਜਿਹੜਾ ਵੀ ਉਹਨਾਂ ਦਾ ਕਾਲਜ ਨਾਲ ਟਾਈ ਅਪ ਹੁੰਦਾ ਹੈਗਾ ਉਹ ਕਾਲਜ ਦੇ ਵਿੱਚ ਭੇਜ ਦਿੰਦੇ ਹੈਗੇ ਆ। ਪਰ ਜਿਹੜਾ ਕਿ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹੁੰਦੇ ਆ ਉਹਨਾਂ ਨੂੰ ਸਾਰੀ ਇਹ ਪ੍ਰੋਵਿੰਸਿਸ ਦਾ ਪਤਾ ਹੁੰਦਾ ਵੀ ਤੁਹਾਡਾ ਕਿੱਥੇ ਪ੍ਰੋਗਰਾਮ ਮਤਲਬ ਤੁਹਾਨੂੰ ਇਮੀਗ੍ਰੇਸ਼ਨ ਵਾਸਤੇ ਸੌਖਾ ਹੋ ਸਕਦਾ ਹੈਗਾ ਤੇ ਕਿੱਥੋਂ ਤੁਹਾਨੂੰ ਘੱਟ ਟਾਈਮ ਲੱਗੂ, ਕਿਹੜਾ ਤੁਹਾਡੇ ਐਲੀਜੀਬਿਲਿਟੀ ਕ੍ਰਾਈਟੇਰੀਆ ਨਾਲ ਮੀਟ ਕਰਦਾ ਹੈਗਾ ਜੀ। ਜਿਵੇਂ ਹੁਣ ਮੈਂ ਇਹਦੇ ਵਿੱਚ ਦੱਸਣਾ ਚਾਹੁੰਦਾ ਹੈਗਾ, ਜੇ ਬਹੁਤ ਵਧੀਆ ਪ੍ਰੋਵਿੰਸ ਹੈਗੀ ਆ ਸਸਕੈਚੁਅਨ, ਜੇ ਕੋਈ ਸਟੂਡੈਂਟ ਨੇ, ਕਿਉਂਕਿ ਇਹਦੇ ਵਿੱਚ ਮੈਂ ਡਿਫਰੈਂਸ ਦੱਸਣਾ ਚਾਹੁੰਦਾ ਜੀ ਕਿਵੇਂ ਪੈਂਦਾ ਹੈਗਾ। ਜੇ ਕੋਈ ਸਟੂਡੈਂਟ ਨੇ, ਜਿਵੇਂ ਹੁਣ ਇੱਥੇ ਸਾਡੇ ਕਾਫੀ ਸਟੂਡੈਂਟ ਆ ਜਿਹੜੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ PAU ਕਹਿੰਦੇ ਹੈਗੇ ਆ ਜੀ, ਉਹਦੇ ਤੋਂ BSc ਕਰਕੇ ਸਟੂਡੈਂਟ ਆਉਂਦੇ ਆ, ਉਹਨਾਂ ਨੂੰ ਅਸੀਂ ਟੋਟਲੀ ਰਿਕਮੈਂਡ ਕਰਦੇ ਹਾਂ ਵੀ ਤੁਸੀਂ ਸਸਕੈਚੁਅਨ ਆਓ, ਕਿਉਂਕਿ ਪ੍ਰੇਰੀ ਪ੍ਰੋਵਿੰਸ ਵਿੱਚ ਐਗਰੀਕਲਚਰ ਦਾ ਬਹੁਤ ਸਕੋਪ ਆ। ਆਮ ਤੌਰ ਤੇ ਸਟੂਡੈਂਟ ਨੇ ਸੁਣਿਆ ਹੁੰਦਾ ਹੈਗਾ ਜੀ ਵੀ ਜਿਵੇਂ ਹੌਸਪਿਟੈਲਿਟੀ ਕਰ ਲਓ, ਹੌਸਪਿਟੈਲਿਟੀ ਕਰ ਲਓ, ਬਿਜ਼ਨਸ ਮੈਨੇਜਮੈਂਟ ਕਰ ਲਓ, ਪਰ ਜੇ ਇਹਦੇ ਤੋਂ ਤੁਸੀਂ ਹਟ ਕੇ ਐਗਰੀਕਲਚਰ ਦੇ ਕੋਰਸ ਕਰਦੇ ਹੋ, ਬਹੁਤ ਸੋਹਣੇ ਕੋਰਸਿਸ ਹੈਗੇ ਆ,
ਤੁਸੀਂ ਜਦੋਂ ਇੱਕ 2 ਸਾਲ ਦੇ ਪੋਸਟ ਗ੍ਰੈਜੂਏਟ ਡਿਪਲੋਮਾ ਜਾਂ ਤੁਸੀਂ 2 ਸਾਲ ਦਾ ਡਿਪਲੋਮਾ ਕਰਦੇ ਨੇ, ਉਸ ਤੋਂ ਬਾਅਦ ਤੁਹਾਨੂੰ ਉੱਥੇ ਹੀ ਜੌਬ ਮਿਲ ਜਾਂਦੀ ਆ। ਉਹਦੇ 'ਚ ਤੁਹਾਨੂੰ ਜੌਬ ਮਿਲ ਜਾਂਦੀ ਹੈ। ਈਵਨ ਕਈਆਂ ਨੂੰ ਗਵਰਨਮੈਂਟ ਸੈਕਟਰ ਦੇ ਵਿੱਚ ਜੌਬ ਮਿਲ ਜਾਂਦੀ ਹੈ, ਜਦਕਿ ਇਮੀਗ੍ਰੇਸ਼ਨ ਐਡਾ ਵੱਡਾ ਇਸ਼ੂ ਨਹੀਂ ਰਹਿੰਦਾ ਹੈਗਾ। ਉਹਨਾਂ ਦਾ ਪੈਕੇਜ ਹੀ ਜਿਹੜਾ 55 ਤੋਂ ਸਟਾਰਟ ਹੁੰਦਾ ਹੈਗਾ ਜੀ। ਉਹਦੇ ਕਰਕੇ ਜਦੋਂ ਵੀ ਤੁਸੀਂ ਕੋਈ ਵੀ ਪ੍ਰੋਗਰਾਮ ਲੈਣਾ ਹੈਗਾ ਤੇ ਏਦਾਂ ਹੀ ਹੁਣ ਮੈਂ ਦੱਸਦਾ, ਜੇ ਕਿਸੇ ਨੇ ਕੀਤਾ ਪੋਸਟ ਗ੍ਰੈਜੂਏਟ ਹੈ, BC ਦੇ ਕਈ ਪ੍ਰੋਗਰਾਮ ਹੈ, ਮਾਸਟਰਸ। ਜੇ ਤੁਸੀਂ BC ਦੇ ਵਿੱਚ ਮਾਸਟਰਸ ਕਰਨ ਆ ਜਾਂਦੇ ਹੈਗੇ ਹੋ ਤਾਂ ਤੁਹਾਨੂੰ ਉਹਦੇ ਵਾਸਤੇ ਤੁਹਾਨੂੰ ਵਰਕ ਪਰਮਿਟ ਤੋਂ ਪਹਿਲਾਂ ਹੀ ਤੁਸੀਂ ਪਰਮਾਨੈਂਟ ਇਮੀਗ੍ਰੇਸ਼ਨ ਨਾਲ ਹੀ ਲੈ ਸਕਦੇ ਹੋ। ਤੁਹਾਨੂੰ ਵਰਕ ਪਰਮਿਟ ਤੇ ਸਾਲ ਕੰਮ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ। ਤੇ ਹਾਂਜੀ, ਏਦਾਂ ਦੇ ਹਰ ਪ੍ਰੋਵਿੰਸ ਦੇ ਡਿਫਰੈਂਸ ਤੇ ਬਹੁਤ ਸਾਰੇ ਪ੍ਰੋਗਰਾਮ ਨੇ, ਪਰ ਜਿਹੜੇ ਕਿ ਮੈਂ ਕਹਿ ਸਕਦਾ ਵੀ 40% ਹਜੇ ਐਕਸਪਲੋਰ ਨਹੀਂ ਕੀਤੇ ਗਏ ਇੰਡੀਆ ਦੇ ਵਿੱਚ। ਤੇ ਆਪਾਂ ਟਰਾਈ ਕਰਾਂਗੇ ਅਗਲਾ ਪ੍ਰੋਗਰਾਮ ਹਰ ਪ੍ਰੋਵਿੰਸ ਵੀ ਸਟੂਡੈਂਟ ਕਿਹੜੇ ਪ੍ਰੋਵਿੰਸ ਕਿਵੇਂ ਆਵੇ, ਉਹਦੇ ਤੇ ਆਪਾਂ ਪੂਰਾ ਪ੍ਰੋਗਰਾਮ ਕਰ ਸਕਦੇ ਹੈਗੇ ਆ ਜੀ। ਆਪਣੇ ਜਿਹੜੇ ਦਰਸ਼ਕ ਨੇ ਕਈਆਂ ਵਿੱਚੋਂ ਇਹ ਜਿਹੇ ਨੇ ਜਿਹੜੇ ਕਿ ਜ਼ਿਮੀਂਦਾਰ ਫੈਮਿਲੀਜ਼ ਨੂੰ ਬਿਲੋਂਗ ਕਰਦੇ ਨੇ, ਪਿੱਛੇ ਜਿਹੜੇ ਖੇਤੀ ਕਰਦੇ ਆਏ ਨੇ, ਸੋ ਕੀ ਉਹ ਇੱਥੇ ਲੈਂਡ ਬਾਏ ਕਰਕੇ, ਜਿਵੇਂ ਤੁਸੀਂ ਗੱਲ ਕੀਤੀ ਸੀ ਇਨਵੈਸਟਮੈਂਟ ਦੇ ਬੇਸ ਦੇ ਉੱਤੇ, ਇੱਥੇ ਲੈਂਡ ਬਾਏ ਕਰਕੇ ਆ ਸਕਦੇ ਨੇ, ਇੱਥੇ ਆ ਕੇ ਖੇਤੀ ਜਿਵੇਂ ਕਰ ਸਕਦੇ ਨੇ ਆ ਕੇ? ਕੋਈ ਐਵੇਂ ਦਾ ਪ੍ਰੋਗਰਾਮ ਹੋਵੇ ਇਹਨਾਂ ਦੇ ਲਈ? ਹਾਂਜੀ ਬਿਲਕੁਲ ਜੀ, ਖੇਤੀ ਵਾਸਤੇ ਜੇ ਕੋਈ ਹੈਗੇ ਆ ਉਹਨਾਂ ਵਾਸਤੇ ਬਹੁਤ ਵਧੀਆ ਪ੍ਰੋਗਰਾਮ ਹੈਗਾ। ਸਸਕੈਚੁਅਨ ਦਾ, ਮੈਨੀਟੋਬਾ ਦਾ, ਪ੍ਰਿੰਸ ਐਡਵਰਡ ਆਈਲੈਂਡ ਦੇ ਬਹੁਤ ਵਧੀਆ ਪ੍ਰੋਗਰਾਮ ਹੈਗੇ ਆ। ਉਹਦੇ ਵਿੱਚ ਇੰਗਲਿਸ਼ ਵੀ ਤੁਹਾਨੂੰ ਜ਼ਿਆਦਾ ਨਹੀਂ ਚਾਹੀਦੀ। ਉਹਦੇ ਵਿੱਚ ਖੇਤੀ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਨੈਟਵਰਕ ਚਾਹੀਦੀ ਹੁੰਦੀ ਹੈਗੀ ਆ ਜੀ। ਉਹ ਨੈਟਵਰਕ ਦੇ ਬੇਸਿਸ ਤੇ ਤੁਸੀਂ ਜੇ ਉਹ ਕ੍ਰਾਈਟੇਰੀਆ ਮੀਟ ਕਰਦੇ ਹੋ, ਕਿਉਂਕਿ ਇੰਡੀਆ ਦੇ ਵਿੱਚੋਂ ਖੇਤੀ ਦੇ ਵਿੱਚ ਜਿਹੜੀ ਹੈਗੀ ਆ ਪ੍ਰੋਬਲਮ ਇਹ ਆ ਰਹੀ ਹੈਗੀ ਕਾਫੀ ਕਲਾਇੰਟ ਦਾ, ਉਹਦੇ ਵਿੱਚ ਜਿਹੜੀ ਇੰਡੀਆ ਦੇ ਵਿੱਚ ਜਿਹੜੀ ਖੇਤੀ ਜਾਂ ਜ਼ਮੀਨ ਹੁੰਦੀ ਹੈਗੀ ਆ ਉਹ ਤੁਹਾਡੀ ਇਨਹੈਰੀਟੈਂਸ ਹੁੰਦੀ ਆ, ਪੇਰੈਂਟਸ ਦੇ ਨਾਮ ਤੇ। ਤੇ ਜਦੋਂ ਕੋਈ ਵੀ ਉੱਥੇ ਖੇਤੀ ਕਰਦਾ, ਉਹਦੇ ਆਪਦੇ ਨਾਮ ਤੇ ਉਹ ਜ਼ਮੀਨ ਨਹੀਂ ਹੁੰਦੀ ਹੈਗੀ ਜੀ। ਉਸ ਕਰਕੇ ਕਈ ਵਾਰ ਪ੍ਰੋਬਲਮ ਆ ਜਾਂਦੀ ਹੈਗੀ ਆ ਵੀ ਤੁਹਾਡੀ ਨੈਟਵਰਥ ਤੁਸੀਂ ਕ੍ਰਾਈਟੇਰੀਆ ਮੀਟ ਨਹੀਂ ਕਰ ਸਕਦੇ ਨੈਟਵਰਥ ਵਾਲਾ, ਕਿਉਂਕਿ ਇਨਹੈਰੀਟੈਂਸ ਫਿਊਚਰ ਇਨਹੈਰੀਟੈਂਸ ਨਹੀਂ ਕੰਸੀਡਰ ਕੀਤਾ ਜਾਂਦਾ ਹੈਗਾ। ਪਰ ਖੇਤੀ ਦੇ ਬਹੁਤ ਵਧੀਆ ਪ੍ਰੋਗਰਾਮ ਹੈਗੇ ਆ 2-3 ਪ੍ਰੋਵਿੰਸਿਸ ਦੇ। ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ, ਤੁਸੀਂ ਜੈਨੂਅਨ ਇੱਥੇ ਖੇਤੀ ਕਰਨਾ ਚਾਹੁੰਦੇ ਹੈਗੇ ਹੋ, ਤਾਂ ਉਹਦੇ ਵਿੱਚ ਤੁਸੀਂ ਇਨਵੈਸਟਮੈਂਟ ਕਰਕੇ ਇੱਥੇ ਆ ਸਕਦੇ ਹੈਗੇ ਹੋ। ਉਹਦੇ ਬਾਰੇ ਤੁਸੀਂ ਸਾਡੇ ਕਿਸੇ ਵੀ ਆਫਿਸ ਦੇ ਵਿੱਚ ਕੰਟੈਕਟ ਕਰ ਸਕਦੇ ਹੋ। ਇਸ ਤੋਂ ਬਿਨਾਂ ਵਿਕਟੋਰੀਆ ਕਿਉਂਕਿ ਵੈਨਕੂਵਰ ਦੇ ਵਿੱਚ ਤਾਂ ਲੈਂਡ ਕਾਫੀ ਮਹਿੰਗੀ ਆ, ਪਰ ਵਿਕਟੋਰੀਆ ਦੀ ਕਈ ਕਮਿਊਨਿਟੀਜ਼ ਦੇ ਵਿੱਚ ਇਦਾਂ ਦੇ ਪ੍ਰੋਗਰਾਮ ਹੈਗੇ ਆ ਜਿੱਥੇ ਤੁਸੀਂ ਲੈਂਡ ਲੀਜ਼ ਕਰਕੇ ਵੀ ਉਹਦੇ ਤੇ ਖੇਤੀ ਕਰ ਸਕਦੇ ਹੋ। ਪਰ ਉਹਦੇ ਵਾਸਤੇ ਪਹਿਲਾਂ ਤੁਸੀਂ ਕਿਸੇ ਉਹਦੇ ਨਾਲ ਰੈਲੀਵੈਂਟ ਖੇਤੀ ਕੀਤੀ ਹੋਵੇ। ਜਿਵੇਂ ਇੰਡੀਆ ਦੇ ਵਿੱਚ ਕੋਈ ਜਿਹੜੇ ਹੁੰਦੇ ਆਮ ਸਿਟੀ ਦੇ ਨੇੜੇ ਦੇ ਹੁੰਦੇ ਆ ਹੈਗੇ, ਉਹ ਸਬਜ਼ੀਆਂ ਵਗੈਰਾ ਦੀ ਖੇਤੀ ਕਰਦੇ ਹੁੰਦੇ ਆ, ਜਾਂ ਕੋਈ ਫਰੂਟ ਵਗੈਰਾ ਦੀ ਕਰਦੇ ਆ, ਉਹਨਾਂ ਵਾਸਤੇ ਬਹੁਤ ਸੋਹਣੇ ਮੌਕੇ ਹੈਗੇ ਆ, ਉਹ ਇੱਥੇ ਕਰ ਸਕਦੇ ਆ। ਜਾਂ ਕੋਈ ਜਿਵੇਂ ਕੋਈ ਸੀਡ ਵਗੈਰਾ ਦੀ ਹੈਗੇ ਆ, ਜਿਵੇਂ ਜਾਂ ਇੱਕ ਆੜਤ ਦਾ ਕੰਮ ਕਰਦੇ ਆ, ਉਹਨਾਂ ਵਾਸਤੇ ਵੀ ਕਾਫੀ ਸਕੋਪ ਹੈਗਾ। ਹਾਂਜੀ, ਉਹਨਾਂ ਬਾਰੇ ਸਾਡੇ ਆਫਿਸ 'ਚ ਕੰਟੈਕਟ ਕਰਕੇ ਅਸੀਂ ਫਰਦਰ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕਦੇ ਹਾਂ ਜੀ। ਟਰੱਕ ਡਰਾਈਵਰਸ ਦੇ ਬਾਰੇ ਵੀ ਜ਼ਰੂਰ ਪੁੱਛਣਾ ਚਾਹਾਂਗੇ। ਇਸ ਵਕਤ ਜਿਹੜੇ ਪ੍ਰੋਗਰਾਮ ਚੱਲੇ ਆ ਟਰੱਕ ਡਰਾਈਵਰਸ ਦੇ ਲਈ, ਕੋਈ ਬੈਨੀਫੀਸ਼ੀਅਲ ਪ੍ਰੋਗਰਾਮ ਹੈਗਾ ਜਿਹਦੇ ਅੰਡਰ ਉਹ ਆਪਣੀ PR ਲਈ ਹੋਰ ਸੌਖਾ ਕਰ ਸਕਦੇ ਆ ਜਾਂ PR ਲਈ ਅਪਲਾਈ ਕਰ ਸਕਦੇ ਆ ਕੈਨੇਡਾ ਦੇ ਵਿੱਚ? ਬਿਲਕੁਲ ਜੀ, ਟਰੱਕ ਡਰਾਈਵਰਸ ਵਾਸਤੇ ਜਿਵੇਂ ਟਰੈਵਲ ਰਿਸਟ੍ਰਿਕਸ਼ਨਸ ਹੋਈਆਂ ਨੇ, ਹੋਰ ਟਰੱਕ ਡਰਾਈਵਰਸ ਵਾਸਤੇ ਆਉਂਦੇ ਟਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਓਪਰਚੁਨਿਟੀਜ਼ ਹੈਗੀਆਂ ਨੇ ਜੀ। ਉਹਦੇ ਵਿੱਚ ਕਿਉਂਕਿ ਇਨ ਡਿਮਾਂਡ ਹੈਗੀ ਆ, ਤੇ ਟਰੱਕ ਡਰਾਈਵਰ ਆਪਾਂ ਜਿਵੇਂ ਪਿੱਛੇ ਜੇ ਸੀਗਾ, ਆਪਾਂ ਲਾਸਟ ਸ਼ੋ ਤੇ ਵੀ ਗੱਲ ਕੀਤੀ ਸੀ, ਉਹਦੀ ਨਿਊ ਬਰਨਸਵਿਕ ਨੇ ਆਪਦਾ ਇੱਕ ਪ੍ਰੋਗਰਾਮ ਕੱਢਿਆ ਸੀ। ਉਹਨਾਂ ਨੇ ਇੱਕ ਸੈਮੀਨਾਰ ਕੀਤਾ ਸੀ ਜਿਹਦੇ ਚ ਟਰੱਕ ਡਰਾਈਵਰਸ ਨੂੰ ਇਨਵਾਈਟ ਕੀਤਾ ਸੀਗਾ ਜੀ। ਤੇ ਏਦਾਂ ਦੇ ਆਉਂਦੇ ਟਾਈਮ ਦੇ ਵਿੱਚ, ਕਿਉਂਕਿ ਜਦੋਂ ਵੀ ਹੁਣ ਆਪਣੀ ਰੀਓਪਨਿੰਗ ਆਉਣੀ ਆ, ਇਕੋਨਮੀ ਖੁੱਲਣੀ ਹੈਗੀ ਆ, ਬਾਰਡਰਸ ਖੁੱਲਣੇ ਆ, ਟਰੱਕ ਡਰਾਈਵਰਸ ਦੀ ਬਹੁਤ ਜ਼ਿਆਦਾ ਡਿਮਾਂਡ ਰਹਿਣੀ ਹੈਗੀ ਆ ਜੀ। ਉਹਦੇ ਵਾਸਤੇ ਹੁਣ ਕਿਉਂਕਿ ਈਵਨ ਜਿਹੜੀਆਂ ਕਈ ਪ੍ਰੋਵਿੰਸਿਸ ਜਿਵੇਂ ਅਲਬਰਟਾ ਦਾ ਕੇਸ ਲੈ ਲਓ, ਇਹਦੇ ਚ ਟਰੱਕਿੰਗ ਦੀਆਂ LMIs ਬੰਦ ਕੀਤੀਆਂ ਗਈਆਂ ਸੀ। ਉਹ ਵੀ ਆਪਾਂ ਦੇਖਾਂਗੇ ਆਉਂਦੇ ਟਾਈਮ ਦੇ ਵਿੱਚ ਟਰੱਕਿੰਗ ਦੀਆਂ LMIs ਵੀ ਓਪਨ ਹੋਣਗੀਆਂ। ਤੇ ਟਰੱਕ ਡਰਾਈਵਰਸ ਵਾਸਤੇ ਕਾਫੀ ਪ੍ਰੋਗਰਾਮ ਹੈਗੇ ਆ ਜੀ ਹਰ ਪ੍ਰੋਵਿੰਸ ਦਾ। ਜਿਵੇਂ ਉਹਨਾਂ ਨੇ ਜੇ ਕਿਸੇ ਨੇ ਸਾਲ ਦਾ ਕੰਮ ਕੀਤਾ ਹੈਗਾ, 6 ਮਹੀਨੇ ਦਾ ਕੀਤਾ ਹੈਗਾ, ਉਹਦੇ ਬੇਸਿਸ ਤੇ ਇੰਗਲਿਸ਼ ਦਾ ਲੈਵਲ ਵੀ ਉਹਨਾਂ ਨੂੰ ਕਾਫੀ ਘੱਟ ਰੱਖਿਆ ਗਿਆ ਹੈਗਾ ਉਹਨਾਂ ਵਾਸਤੇ। ਉਹਨਾਂ ਦਾ ਕਾਫੀ ਸਕੋਪ ਹੈਗਾ ਜੀ, ਉਹ ਇੱਥੇ ਪਰਮਾਨੈਂਟ ਹੋ ਸਕਦੇ ਹੈਗੇ ਆ ਜੀ ਵਿਦ ਫੈਮਿਲੀ। ਤੇ ਹਰ ਪ੍ਰੋਵਿੰਸ ਦਾ ਆਪਦਾ ਹੈਗਾ ਰੂਲ। ਉਹ ਕਿਸੇ ਵੀ ਸਾਡੇ ਆਫਿਸ ਚ ਕੰਟੈਕਟ ਕਰਨ, ਅਸੀਂ ਫਰਦਰ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕਦੇ ਹੈਗੇ ਜੀ। ਹਰਕਿਰਨ ਜੀ, ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ। ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਇਹਦੇ ਬਾਰੇ? ਸੌਰੀ, ਮੈਂ ਇੱਕ ਪ੍ਰੋਗਰਾਮ ਜ਼ਰੂਰ ਭੁੱਲ ਗਈ, ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੇ ਬਾਰੇ ਜ਼ਰੂਰ ਦੱਸੋ। ਇਸ ਵਕਤ ਜਿਹੜੇ
ਐਪਲੀਕੇਸ਼ਨਸ ਲੱਗੀਆਂ ਹੋਈਆਂ ਨੇ ਹਜੇ 2019 ਦੇ ਹੀ, ਹਜੇ ਹੋਰ ਜ਼ਿਆਦਾ ਕਿਸੇ ਦੀ ਮੈਡੀਕਲ ਮੰਗੀ ਜਾ ਰਿਹਾ, ਕਿਤੇ ਕੁਝ ਮੰਗਿਆ ਜਾ ਰਿਹਾ। 2020 ਦੀਆਂ ਕਦੋਂ ਜਾ ਕੇ ਵਾਰੀ ਆਏਗੀ, ਤੇ ਜਿਹੜਾ 2021 ਦੇ ਵਿੱਚ ਕਿਹਾ ਜਾ ਰਿਹਾ ਸੀ 30,000 ਐਪਲੀਕੇਸ਼ਨਸ ਇਸ ਵਾਰ ਲੈਣ ਦਾ, ਉਹ ਪ੍ਰੋਗਰਾਮ ਹਜੇ ਕਦੋਂ ਤੱਕ ਚਾਂਸਸ ਨੇ ਕਿ ਓਪਨ ਹੋਏਗਾ? ਹਾਂਜੀ, ਇਹਦੇ ਵਿੱਚ ਏਦਾਂ ਹੈਗਾ ਕਿ ਆਮ ਐਵਰੇਜ ਜਿਹੜੀਆਂ ਐਪਲੀਕੇਸ਼ਨ ਉਹਨਾਂ ਨੂੰ ਲੱਗਦੇ ਸੀ 2.5 ਤੋਂ 3 ਸਾਲ ਲੱਗ ਜਾਂਦੇ ਹੁੰਦੇ ਸੀਗੇ ਜੀ। ਸਿਰਫ ਇੱਕ 2018 ਦੇ ਵਿੱਚ ਸੀਗੀ ਜਦੋਂ ਪ੍ਰੋਸੈਸਿੰਗ ਬਹੁਤ ਤੇਜ਼ ਹੋਈ ਸੀ, 8 ਤੋਂ 10 ਮਹੀਨੇ ਦੇ ਵਿੱਚ ਵੀ ਪੇਰੈਂਟਸ ਇੱਥੇ ਪਰਮਾਨੈਂਟ ਹੋਏ ਸੀਗੇ ਜੀ। ਉਸ ਤੋਂ ਬਿਨਾਂ ਆਮ ਤੌਰ ਤੇ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਨੂੰ ਟਾਈਮ ਇਹ 2 ਸਾਲ ਪਲੱਸ ਹੀ ਲੱਗਦਾ, 2 ਤੋਂ 3 ਸਾਲ ਲੱਗਦਾ ਹੁੰਦਾ ਹੈਗਾ। ਹੁਣ ਆਪਾਂ ਜਿਵੇਂ ਜਾਣਦੇ ਹਾਂ ਕੋਵਿਡ ਕਰਕੇ ਪ੍ਰੋਸੈਸਿੰਗ ਸਾਰੀ ਸਲੋ ਹੋ ਗਈ ਸੀ, ਤੇ ਕਿਉਂਕਿ ਇਮੀਗ੍ਰੇਸ਼ਨ ਨੂੰ ਵੀ ਪਤਾ ਸੀ ਵੀ ਜੇ ਉਹਨਾਂ ਨੇ ਮੈਡੀਕਲ ਤੋਂ ਬਾਅਦ ਜਾਂ ਪੁਲਿਸ ਕਲੀਅਰੈਂਸ ਮੰਗੀ, ਪਰ ਉਹ ਬੰਦੇ ਫਿਰ ਵੀ ਟਰੈਵਲ ਨਹੀਂ ਕਰ ਸਕਦੇ ਕਿਉਂਕਿ ਜਿਵੇਂ ਮੈਂ ਦੱਸਿਆ ਹੈਗਾ ਮਾਰਚ 2020 ਤੋਂ ਬਾਅਦ ਇਹਨਾਂ ਨੇ ਕੀਤਾ ਹੈਗਾ। ਪਰ ਹੁਣ ਜਦੋਂ ਵੀ ਆਪਾਂ ਨੂੰ ਲੱਗ ਰਿਹਾ ਹੈਗਾ ਹੁਣ ਬਾਰਡਰ ਖੁੱਲਣਗੇ ਛੇਤੀ, ਤੇ ਉਹਦੇ ਅਕੋਰਡਿੰਗ ਹੀ ਇਹ ਐਪਲੀਕੇਸ਼ਨਾਂ ਦੀ ਜਿਹੜੀਆਂ ਸਾਰਿਆਂ ਦੀ ਪ੍ਰੋਸੈਸਿੰਗ ਸਟਾਰਟ ਹੋਊਗੀ, ਕਿਉਂਕਿ ਉਹਨਾਂ ਨੂੰ ਪਤਾ ਹੈਗਾ ਇਹ ਇੰਡੀਵਿਜੂਅਲ ਹੁਣ ਕੈਨੇਡਾ ਲੈਂਡ ਕਰਨ ਵਾਸਤੇ ਮਤਲਬ ਕਰ ਸਕਦੇ ਹੈਗੇ ਆ ਜੀ। ਤਾਂ ਹੁਣ ਛੇਤੀ ਹੀ ਕਿਉਂਕਿ ਜਦੋਂ ਇਹਨਾਂ ਦੇ ਮੈਡੀਕਲ ਮੰਗਾ ਕੇ ਪ੍ਰੋਸੈਸਿੰਗ ਦੇ ਸਟੈਪ ਬਹੁਤ ਛੇਤੀ ਆਪਾਂ ਨੂੰ ਦੇਖਣ ਮਿਲਣਗੇ ਜੀ, ਫਾਸਟ ਹੋਊਗੀ, ਤੇ 2020 ਦਾ ਵੀ ਛੇਤੀ ਹੀ ਫਰਦਰ ਇਨਫੋਰਮੇਸ਼ਨ ਦਿੱਤੀ ਜਾਊਗੀ ਜੀ। ਸੋ ਦਰਸ਼ਕਾਂ ਲਈ ਜਾਂਦੇ ਕੁਝ ਕਹਿਣਾ ਚਾਹੋਗੇ ਤੁਸੀਂ? ਨਹੀਂ, ਬਿਲਕੁਲ ਜੀ, ਇਹ ਆਮ ਤੌਰ ਤੇ ਆਹ ਕਾਲਸ ਆ ਜਾਂਦੀਆਂ ਹੈਗੀਆਂ ਜੀ। ਜਦੋਂ ਵੀ ਇਹੀ ਕਹਿਣਾ ਹੁੰਦਾ ਮੈਂ ਵੀ ਜਦੋਂ ਵੀ ਤੁਸੀਂ ਕੋਈ ਵੀ ਇਮੀਗ੍ਰੇਸ਼ਨ ਦੀ ਸਲਾਹ ਲੈਣੀ ਹੈ ਕਿਸੇ ਭਰੋਸੇਮੰਦ ਕੰਸਲਟੈਂਟ ਨੂੰ, ਤੇ ਅਥੈਂਟਿਕ ਇਨਫੋਰਮੇਸ਼ਨ ਤੇ ਹੀ ਵਿਸ਼ਵਾਸ ਕਰੋ। ਜੀ ਬਿਲਕੁਲ। ਤੇ ਸਰ ਤੁਹਾਡੇ ਆਫਿਸਿਸ ਜ਼ਰੂਰ ਦੱਸ ਦਿਓ ਕਿੱਥੇ ਨੇ ਤੇ ਕਿਵੇਂ ਕੰਟੈਕਟ ਕੀਤਾ ਜਾ ਸਕਦਾ, ਕਿਹੜੇ ਸਮੇਂ ਕੀਤਾ ਜਾ ਸਕਦਾ? ਹਾਂਜੀ, ਸਾਡੇ ਆਫਿਸਿਸ 3 ਆਫਿਸਿਸ ਕੈਨੇਡਾ ਦੇ ਵਿੱਚ ਹੈਗੇ ਆ ਜੀ, ਬਰੈਂਪਟਨ, ਐਡਮਿੰਟਨ ਤੇ ਸਰੀ। ਇਸ ਤੋਂ ਬਿਨਾਂ ਸਾਡਾ ਲੁਧਿਆਣੇ ਦੇ ਵਿੱਚ ਆਫਿਸ ਆ, ਤੇ ਇੱਕ ਆਫਿਸ ਸਾਡਾ ਯੂਰਪ ਦੇ ਵਿੱਚ ਰੋਟਰਡੈਮ ਹੈਗਾ। ਇਹਦੇ ਤੇ 10 to 5 ਤੁਸੀਂ ਕਦੇ ਵੀ ਕੰਟੈਕਟ ਕਰ ਸਕਦੇ ਹੋ। ਬਾਕੀ ਤੁਸੀਂ ਈਮੇਲ ਸਾਨੂੰ info@fargocanada.com ਤੇ ਆਪਦੀ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੈਗੇ। ਜੀ ਬਿਲਕੁਲ ਸਰ, ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਜੁੜਨ ਲਈ ਤੇ ਸਾਡੇ ਦਰਸ਼ਕਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਤੇ ਨਵੇਂ ਮੁੱਦਿਆਂ ਉੱਤੇ ਜਾਣਕਾਰੀ ਦੇਣ ਲਈ। ਥੈਂਕ ਯੂ। ਹਾਂਜੀ, ਥੈਂਕ ਯੂ ਜੀ, ਮੇਰੇ ਵੱਲੋਂ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਇਹ ਸੀ ਫਾਰਗੋ ਇਮੀਗ੍ਰੇਸ਼ਨ ਤੋਂ ਮਿਸਟਰ ਹਰਕਿਰਨ ਗਰੇਵਾਲ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਆ। ਸੋ ਜਿਵੇਂ ਕਿ ਤੁਸੀਂ ਜਾਣਦੇ ਹੁੰਦੇ ਹੋ ਕਿ ਸਾਡੀ ਕੋਸ਼ਿਸ਼ ਆਪਣੇ ਪ੍ਰੋਗਰਾਮ 'ਚ ਹਮੇਸ਼ਾ ਭਰੋਸੇਮੰਦ ਕੰਸਲਟੈਂਟ ਦੇ ਜ਼ਰੀਏ ਤੁਹਾਨੂੰ ਵਧੀਆ ਜਾਣਕਾਰੀ ਪ੍ਰੋਵਾਈਡ ਕਰਵਾਉਣ ਦੀ ਹੁੰਦੀ ਹੈ। ਮਿਸਟਰ ਹਰਕਿਰਨ ਜੀ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ, ਇਹਨਾਂ ਦੇ ਨੰਬਰਸ ਤੇ ਕਾਲ ਕਰ ਸਕਦੇ ਹੋ। ਫਿਲਹਾਲ ਸਾਡਾ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।